ਸੰਗਤ ਜੀ ਇਜਾਜ਼ਤ ਨਾਲ ਜੀ ਅੱਜ ਦੀ ਅਸੀਂ ਕਲਾਸ ਸਟਾਰਟ ਕਰਦੇ ਹਾਂ ਜੀ। ਸੰਗਤ ਦਾ ਬਹੁਤ ਬਹੁਤ ਜੀ ਆਇਆਂ ਨੂੰ ਜੀ ਗੁਰੂ ਨਾਨਕ ਦੀ ਇਸ ਫੁਲਵਾੜੀ ਵਿੱਚ। ਸਾਰਿਆਂ ਨੂੰ ਗੁਰੂ ਦੀ ਸਾਂਝ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਵਾਹਿਗੁਰੂ ਜੀ ਜੀ ਕੀ ਕੀ ਫਤਿਹ। ਫਤਿਹ। ਅੱਜ ਦੀ ਕਲਾਸ ਜੀ ਸਾਡੀ ਇੱਕ ਨਵੇਂ ਸ਼ਖਸੀਅਤ ਸਾਡੇ ਨਾਲ ਜੁੜ ਰਹੇ ਨੇ ਜੀ ਕਲਾਸ ਨੂੰ ਵਾਸਤੇ। ਮੈਂ ਫਟਾਫਟ ਇੰਟਰੋਡਕਸ਼ਨ ਸਾਡੇ ਨਾਲ ਅੱਜ ਜੁੜ ਰਹੇ ਨੇ ਜੀ ਗਿਆਨੀ ਗੁਰਮੁਖ ਸਿੰਘ ਜੀ ਖਾਲਸਾ, ਜੋ ਕਿ ਪ੍ਰਚਾਰਕ ਹੈਗੇ ਜੀ SGPC ਪ੍ਰਬੰਧਕ ਕਮੇਟੀ ਅੰਮ੍ਰਿਤਸਰ ਤੇ ਪ੍ਰਚਾਰਕ ਤੇ ਵੀਰ ਜੀ ਹੈ ਨੇ। ਉਸ ਤੋਂ ਇਲਾਵਾ ਇਹ ਪ੍ਰੋਫੈਸਰ ਵੀ ਹੈਗੇ ਹੈ ਬੇਬੇ ਨਾਨਕੀ ਸਿੱਖ ਮਿਸ਼ਨਰੀ ਕਾਲਜ ਸੁਲਤਾਨਪੁਰ ਲੋਧੀ। ਤੇ ਵੀਰ ਜੀ ਐਜ਼ ਅ ਪ੍ਰੋਫੈਸਰ ਟੀਚ ਵੀ ਕਰਦੇ ਹੈ ਸਟੂਡੈਂਟਸ ਨੂੰ। ਤੇ ਵੀਰ ਜੀ ਨੇ ਜਿਹੜੀ ਇੱਕ ਬੁੱਕ ਆਲਰੇਡੀ ਲਿਖ ਚੁੱਕੇ ਨੇ। ਜਿਹੜਾ ਟੌਪਿਕ ਅਸੀਂ ਅੱਜ ਕਵਰ ਕਰਨਾ ਹੈ ਜੀ, ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਸਿਰਲੇਖ, ਜੋ ਅੱਜ ਸਾਡਾ ਟੌਪਿਕ ਹੈ ਉਹਦੇ ਉੱਪਰ ਵੀਰ ਜੀ ਨੇ ਲਿਖੀ ਹੋਈ ਹੈ। ਤੇ ਵੀਰ ਜੀ ਅਸੀਂ ਸਾਰੇ ਬਹੁਤ ਸਾਨੂੰ ਖੁਸ਼ੀ ਹੈ ਜੀ ਕਿ ਅੱਜ ਆਪ ਜੀ ਜੁਆਇਨ ਕੀਤਾ ਹੈ ਤੇ ਅਸੀਂ ਸਲਾਹ ਲਵਾਂਗੇ ਕਿ ਆਪ ਜੀ ਦੇ ਵਿਚਾਰਾਂ ਦਾ ਕੋਸ਼ਿਸ਼ ਕਰਾਂਗੇ ਅਸੀਂ ਬਹੁਤ ਇਹ ਅਸੀਂ ਰਿਕਾर्ड भी करेंगे, प्रमोट मैंने इसके साथ मिला ली ना, ये भी अलग था। निकालेंगे। एक सेकंड मैं चाहना जी म्यूट कर लो संगत जी ताकि आवाज खराब ना होए। ਤੇ ਵੀਰ ਜੀ ਓਵਰ ਟੂ ਯੂ। ਅਸੀਂ ਆਪ ਜੀ ਨੂੰ ਜੀ ਆਇਆਂ ਨੂੰ ਆਖਦੇ ਹਾਂ ਜੀ ਤੇ ਬੇਨਤੀ ਕਰਦੇ ਜੀ ਆਪ ਜੀ ਸ਼ੁਰੂ ਕਰ ਸਕਦੇ ਹੋ ਕਲਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ। ਜਿਹਵਾ ਏਕ ਕਵਨ ਗੁਣ ਕਹੀਐ, ਬੇਸ਼ੁਮਾਰ ਬੇਅੰਤ ਸੁਆਮੀ। ਤਿਰੁ ਅੰਤ ਨ ਕਿਨਹੀ ਲਹੀਐ, कोट पराध हमारे खंड हो। अनक विधि समझाव हो, हम अज्ञान अलप मत थोरी। तुम्हें अपन बिरद रखाव हो, तुम्हारी शरण तुम्हारी आशा। तुम ही सजन सुहेले, राखो राखनहार दयाला। नानक घर के गोले, जुगो जुग अटल चबर छतर तख्त दे मालिक। धन धन साहिब श्री गुरु ग्रंथ साहिब जी महाराज जी की विचारधारा दे नाल जुड़ रहे गुरसिख प्यार वालियो वडभागे हो, जो कि सतगुरां दी विचारधारा दे नाल जुड़न दे लई अज दे समय दे हाणी बनन दे वास्ते जो कि वैबीनार दे ਜਾਂ ਗੁਰਮਤਿ ਕਲਾਸਾਂ ਦੇ ਤੌਰ ਦੇ ਉੱਤੇ ਗੁਰਬਾਣੀ ਦੇ ਨਾਲ ਜੁੜਨ ਦਾ ਯਤਨ ਪਏ ਕਰਦੇ ਹੋ। ਸਤਿਗੁਰਾਂ ਦੇ ਪਾਵਨ ਪਵਿੱਤਰ ਵਿਚਾਰਾਂ ਦੀ ਸਾਂਝ ਪਾਉਣ ਤੋਂ ਪਹਿਲਾਂ ਸਤਿਗੁਰਾਂ ਦੇ ਚਰਨਾਂ ਕਮਲਾਂ 'ਚ ਹਾਜ਼ਰੀ ਲਵਾਉਂਦਿਆਂ ਹੋਇਆਂ ਗੁਰਫਤਿਹ ਪ੍ਰਵਾਨ ਕਰਨਾ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਜੋ ਵਿਸ਼ਾ ਆਪ ਜੀ ਦੇ ਨਾਲ ਸਾਂਝ ਪਾਉਣੀ ਹੈ ਉਹ ਹੈ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਅੰਦਰ ਆਏ ਹੋਏ ਸਰਲੇਖ। ਜਦੋਂ ਅਸੀਂ ਸਰਲੇਖਾਂ ਦੀ ਗੱਲ ਕਰਦੇ ਹਾਂ ਤੇ ਉਹਨਾਂ ਦੇ ਬਾਰੇ ਜਦੋਂ ਪੁੱਛ ਕਰਦੇ ਹਾਂ ਕਿ ਸਰਲੇਖ ਹੁੰਦੇ ਕਿਸ ਨੂੰ ਹਾਂ ਜਾਂ ਕਿਸ ਨੂੰ ਆਖਿਆ ਜਾਂਦਾ ਹੈ, ਤੇ ਕੋਸ਼ਾਂ ਦੇ ਅੰਦਰ ਵੱਖ-ਵੱਖ ਜੋ ਜ਼ਿਕਰ ਮਿਲਦੇ ਨੇ, ਸੁਰਖੀ, ਉਨਵਾਂ, ਹੈਡਿੰਗ, ਭਾਗ, ਕਿਸਮਤ ਇਤਿਆਦਿਕ, ਕਰਮ ਅਨੁਸਾਰ, ਜੀਵਨ ਦੇ ਲੇਖ ਜਾਂ ਸਰਲੇਖ, ਸਿਰਨਾਵਾਂ, ਮੁਖਾਰਬਿੰਦ ਇਤਿਆਦਿਕ ਆਖਿਆ ਜਾਂਦਾ ਹੈ ਵੱਖ-ਵੱਖ ਰੂਪਾਂ ਦੇ ਵਿੱਚ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਅੰਦਰ ਜੋ ਇਹ ਸਰਲੇਖ ਆਏ ਨੇ, ਅਸੀਂ ਆਮ ਤੌਰ ਦੇ ਉੱਤੇ ਗੁਰਬਾਣੀ ਪੜ੍ਹਦੇ ਹਾਂ, ਪੜ੍ਹ ਕੇ ਤੁਰ ਜਾਂਦੇ ਹਾਂ। ਅਸੀਂ ਰੋਜ਼ਾਨਾ ਹੁਕਮਨਾਮਾ ਵੀ ਪੜ੍ਹਦੇ ਹਾਂ, ਸੁਣਦੇ ਹਾਂ। ਉਹਦੇ ਵਿੱਚ ਜਿਵੇਂ ਅਸੀਂ ਆਪ ਦੇ ਰੋਜ਼ਾਨਾ ਦੇਖਦੇ ਹੋ, ਹੁਕਮਨਾਮੇ ਸਾਹਿਬ ਦੇ ਉੱਤੇ ਜਦੋਂ ਸ਼ੁਰੂਆਤ ਹੁੰਦੀ ਹੈ
ਜਿਵੇਂ ਸ਼ਬਦ ਆਉਂਦੇ ਨੇ ਸ਼ਲੋਕ ਮਹਲਾ ਪੰਜਵਾਂ ਘਰ ਦੂਜਾ, ਧਨਾਸਰੀ ਮਹਲਾ ਪੰਜਵਾਂ, ਅਸ਼ਟਪਦੀਆਂ ਘਰ ਦੂਜਾ, ਚੌਪਦੇ ਇਤਿਆਦਿਕ। ਹੁਣ ਆਮ ਤੌਰ ਦੇ ਉੱਤੇ ਸਾਰੇ ਪੜ੍ਹ ਕੇ ਤੁਰ ਜਾਂਦੇ ਆ, ਲੇਕਿਨ ਕਦੀ ਅਸੀਂ ਵਿਚਾਰਿਆ ਨਹੀਂ ਕਿ ਧਨਾਸਰੀ ਕੀ ਆ, ਮਹਲਾ ਕੀ ਆ, ਘਰ ਕੀ ਆ, ਅਸ਼ਟਪਦੀਆਂ ਕੀ ਆ। ਲੇਕਿਨ ਅਸੀਂ ਉਸ ਚੀਜ਼ ਨੂੰ ਕਦੀ ਨਹੀਂ ਵਿਚਾਰਨ ਦਾ ਯਤਨ ਕਰਦੇ, ਜੋ ਕਿ ਬਹੁਤ ਜ਼ਰੂਰੀ ਚੀਜ਼ਾਂ ਆ। ਕਿਉਂਕਿ ਜਿੰਨੀ ਦੇਰ ਤੱਕ ਸਾਨੂੰ, ਜਿਵੇਂ ਅਸੀਂ ਅਖਬਾਰ ਪੜ੍ਹਦੇ ਹਾਂ, ਅਖਬਾਰ ਦੀ ਜੇਕਰ ਟਾਈਟਲ ਨਹੀਂ ਸਹੀ ਹੋਵੇਗਾ, ਅਖਬਾਰ ਦੀ ਜੇ ਕੀਵਰਡ ਸਹੀ ਨਹੀਂ ਹੋਣਗੇ, ਤੇ ਕੋਈ ਨਿਊਜ਼ ਪੜ੍ਹਨ ਨੂੰ ਤਿਆਰ ਨਹੀਂ ਹੋਵੇਗਾ। ਜੇਕਰ ਉਹਦੇ ਕੀਵਰਡਸ ਵਧੀਆ ਹੋਣਗੇ, ਉਹਦੇ ਵਰਡਿੰਗ, ਉਹਦੀ ਸਿਰਲੇਖ ਵਧੀਆ ਹੋਵੇਗਾ, ਹਰ ਇਨਸਾਨ ਉਸ ਨਿਊਜ਼ ਨੂੰ ਪੜ੍ਹੇਗਾ। ਬਸ ਉਸੇ ਤਰੀਕੇ ਦੇ ਨਾਲ ਜਿੰਨੀ ਦੇਰ ਤੱਕ ਅਸੀਂ ਗੁਰਬਾਣੀ ਦੇ ਸਿਰਲੇਖਾਂ ਨੂੰ ਨਹੀਂ ਸਮਝਦੇ, ਉਨੀ ਦੇਰ ਤੱਕ ਉਹ ਸ਼ਬਦ ਪੜ੍ਹੇ ਜਾਣ ਵਾਲੇ ਕੇਵਲ ਤੇ ਕੇਵਲ ਇੱਕ ਤੋਤਾ ਰਟਨਾ ਦੇ ਵਾਂਗ ਹੀ ਹੋਣਗੇ। ਕਿਉਂਕਿ ਇਹਨਾਂ ਸਿਰਲੇਖਾਂ ਦੀ ਬੜੀ ਮਹਾਨਤਾ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਅੰਦਰ ਇੱਕ ਇੱਕ ਜੋ ਸਿਰਲੇਖ ਲਿਖਿਆ ਹੋਇਆ ਆ, ਉਹਦੀ ਇੱਕ ਬਹੁਤ ਮਹਾਨਤਾ ਹੈ। ਹਰੇਕ ਬਾਣੀ ਨੂੰ ਇੱਕ ਇੰਨੀ ਕੋ ਤਰਤੀਬਬੱਧਤਾ ਦੇ ਰੂਪ ਦੇ ਅੰਦਰ ਗੁਰਦੇਵ ਪਾਤਸ਼ਾਹ ਨੇ ਲਿਖਿਆ ਆ ਕਿ ਜਿਹੜਾ ਇਨਸਾਨ ਦੁਨੀਆ ਦੇ ਅੰਦਰ ਕੋਈ ਵੀ, ਆਵਾਜ਼ ਨਹੀਂ ਆ ਰਹੀ ਜਾਂ ਮੈਨੂੰ ਹੀ ਨਹੀਂ ਆ ਰਹੀ, ਦੁਨੀਆ ਦੇ ਅੰਦਰ ਕੋਈ ਵੀ ਇਨਸਾਨ ਐਸਾ ਨਹੀਂ। ਆਵਾਜ਼ ਆ ਰਹੀ ਜੀ? ਆ ਰਹੀ ਹੈ ਆਵਾਜ਼ ਜੀ, ਆ ਰਹੀ ਹੈ। ਹਾਂਜੀ, ਦੁਨੀਆ ਦੇ ਅੰਦਰ ਕੋਈ ਵੀ ਐਸਾ ਇਨਸਾਨ ਨਹੀਂ ਹੈ ਕਿ ਜਿਹੜਾ ਸਿਰਲੇਖਾਂ ਤੋਂ ਬਗੈਰ, ਕਈ ਵਾਰੀ ਆਮ ਤੌਰ ਦੇ ਉੱਤੇ ਕਈ ਵਾਰੀ ਸੰਗਤ ਵਿੱਚ ਸਵਾਲ ਆਉਂਦੇ ਨੇ ਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਅੰਦਰ ਕੁਝ ਲੋਕਾਂ ਨੇ ਤਬਦੀਲੀ ਕਰ ਦੇਣੀ ਹੈ, ਕੁਝ ਫੇਰ ਬਦਲ ਕਰ ਦੇਣਾ ਹੈ। ਲੇਕਿਨ ਸਤਿਗੁਰਾਂ ਨੇ, ਗੁਰਦੇਵ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਲਿਖਤ ਇਸ ਤਰੀਕੇ ਨਾਲ ਲਿਖੀ ਹੋਈ ਹੈ ਕਿ ਇਹਦੇ ਵਿੱਚ ਇੱਕ ਵੀ ਅੱਖਰ ਜਾਂ ਇੱਕ ਵੀ ਲਗ ਮਾਤਰ ਨੂੰ ਵੀ ਕੋਈ ਫੇਰ ਬਦਲ ਨਹੀਂ ਕਰ ਸਕਦਾ, ਕਿਉਂਕਿ ਉਹਦੀ ਤਰਤੀਬ ਐਸੀ ਬਣੀ ਹੋਈ ਹੈ ਕਿ ਉਹਦੇ ਵਿੱਚ ਕੋਈ ਫੇਰ ਬਦਲ ਹੋ ਹੀ ਨਹੀਂ ਸਕਦਾ। ਇਸ ਤਰੀਕੇ ਦੇ ਨਾਲ ਉਹਦੀ ਵਿਆਕਰਣ, ਇਸ ਤਰੀਕੇ ਨਾਲ ਉਹਦੀ ਲਿਖਤ, ਇਸ ਤਰੀਕੇ ਨਾਲ ਵਿਉਂਤਬੰਦੀ ਕੀਤੀ ਹੋਈ ਹੈ ਕਿ ਕੋਈ ਤਬਦੀਲੀ ਨਹੀਂ ਕਰ ਸਕਦੀ। ਮੇਨ ਜਿਹੜਾ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਅੰਦਰ ਲਿਖਤ ਦੀ ਜਦੋਂ ਗੱਲ ਆਉਂਦੀ ਹੈ, ਸਿਰਲੇਖਾਂ ਦੀ ਗੱਲ ਆਉਂਦੀ ਹੈ, ਤੇ ਸਿਰਲੇਖਾਂ ਦੀ ਸ਼ੁਰੂਆਤ ਸਤਿਗੁਰਾਂ ਨੇ ਸਭ ਤੋਂ ਪਹਿਲਾਂ ਤਰਤੀਬਬੰਧਤਾ ਦੇ ਰੂਪ ਦੇ ਅੰਦਰ ਇੱਕ ਓੰਕਾਰ ਤੋਂ ਸ਼ੁਰੂਆਤ ਕਰਦਿਆਂ ਹੋਇਆਂ ਮੰਗਲਾਚਰਨ ਦੀ ਦਾਤ ਦਿੱਤੀ ਹੈ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਹ ਜੋ ਮੂਲ ਮੰਤਰ ਦੇ ਰੂਪ ਦੇ ਅੰਦਰ ਸਿਰਲੇਖ ਦਿੱਤਾ ਹੈ, ਇਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਅੰਦਰ, ਜਿਵੇਂ ਆਪ ਜੀ ਸਾਰਿਆਂ ਨੂੰ ਪਤਾ ਹੈ, 33 ਵਾਰ ਸੁਸ਼ੋਭਿਤ ਹੈ। ਇਸ ਦੇ ਅੰਦਰ ਕੋਈ ਵੀ ਫੇਰ ਬਦਲ ਨਹੀਂ ਹੋ ਸਕਦਾ। ਇਹ ਹਰ ਥਾਂ ਦੇ ਉੱਤੇ ਇਹੀ ਰੂਪਾਂ ਦੇ ਵਿੱਚ, ਜਿੱਥੇ 33 ਵਾਰ ਆਏ, ਇਸੇ ਰੂਪ 'ਚ ਆਇਆ ਹੈ। ਉਸ ਤੋਂ ਬਾਅਦ ਜਿਹੜਾ ਪਹਿਲਾ ਸਿਰਲੇਖ ਆਉਂਦਾ ਹੈ ਜਪ। ਦੇਖੋ, ਜਦੋਂ ਜਪ ਲਿਖਿਆ ਹੈ ਤੇ ਦੋਨਾਂ ਬੰਨੇ ਡੰਡੀਆਂ ਗੁਰਦੇਵ ਪਾਤਸ਼ਾਹ ਨੇ ਦਿੱਤੀਆਂ। ਜਪ ਜਪਣ ਨੂੰ, ਸਿਮਰਨ ਕਰਨ ਨੂੰ, ਧਿਆਉਣ ਨੂੰ ਗੁਰਦੇਵ ਪਾਤਸ਼ਾਹ ਨੇ ਜਪਜੀ, ਅਸੀਂ ਸਤਿਕਾਰ ਦੇ ਨਾਲ ਜਪਜੀ ਸਾਹਿਬ ਜੀ ਦੇ ਰੂਪ ਦੇ ਅੰਦਰ ਵਰਤਦੇ ਹਾਂ। ਜਪ ਬਾਣੀ ਦੇ ਅੰਦਰ ਗੁਰਦੇਵ ਪਾਤਸ਼ਾਹ ਨੇ 2 ਸ਼ਲੋਕ ਤੇ ਨਾਲ ਸਾਹਿਬਾਨੇ 38 ਪੌੜੀਆਂ ਦੀ ਉਚਾਰਨ ਕੀਤੀਆਂ ਨੇ। ਉਸ ਤੋਂ ਬਾਅਦ ਜੋ ਸਿਰਲੇਖ ਆਉਂਦੇ ਨੇ, ਜਿਵੇਂ ਸੋਧਰ ਹੈ, ਸੋ ਪੁਰਖ ਹੈ, ਸੋਹਿਲਾ ਹੈ, ਤੇ ਉਸ ਤੋਂ ਬਾਅਦ ਰਾਗਾਂ ਦੀ ਗੱਲ ਆਉਂਦੀ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਅੰਦਰ 31 ਰਾਗ ਆਉਂਦੇ ਨੇ। ਉਹਨਾਂ ਨੂੰ ਹਰੇਕ ਰਾਗ ਦੀ ਜਿਹੜੀ ਤਰਤੀਬਬੱਧਤਾ ਵੀ ਬੜੇ ਬਾ ਕਮਾਲ ਕੀਤੀ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਅੰਦਰ ਹਰੇਕ ਰਾਗ ਨੂੰ 5 ਭਾਗਾਂ ਦੇ ਵਿੱਚ ਵੰਡਿਆ ਗਿਆ ਹੈ। ਉਹ 5 ਭਾਗ, ਸਭ ਤੋਂ ਪਹਿਲਾਂ ਸ਼ਬਦ ਆਉਣਗੇ। ਸ਼ਬਦ, ਉਹ ਵੀ ਤਰਤੀਬਬੱਧਤਾ ਕੀਤੀ ਹੈ। ਪਹਿਲਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਸ਼ਬਦ ਆਉਣਗੇ, ਫਿਰ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ, ਗੁਰੂ ਰਾਮਦਾਸ ਜੀ ਮਹਾਰਾਜ ਜੀ, ਗੁਰੂ ਅਰਜਨ ਦੇਵ ਜੀ ਮਹਾਰਾਜ, ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੇ। ਇਸੇ ਤਰਤੀਬ ਦੇ ਨਾਲ ਇਹ ਸ਼ਬਦ ਸਾਰੇ ਦੇ ਸਾਰੇ ਲੜੀਬੰਦ ਕੀਤੇ ਹੋਏ ਨੇ। ਉਹਨਾਂ ਦੀ ਹੇਠਾਂ ਕਾਊਂਟਿੰਗ ਵੀ ਕੀਤੀ ਹੋਈ ਹੈ। ਜਦੋਂ ਅਸੀਂ ਗਿਣਤੀ ਦੇਖਦੇ ਹਾਂ ਨਾ, ਥੱਲੇ ਬਿਲਕੁਲ ਅੱਖਰਾਂ ਦੇ ਵਿੱਚ ਗਿਣਤੀ ਦੇਖਦੇ ਹਾਂ, ਤੇ ਉੱਥੇ ਜਿੱਥੇ ਗੁਰੂ ਨਾਨਕ ਦੇਵ ਜੀ ਦੇ 19 ਸ਼ਬਦ ਆਏ ਆ, ਉਹਨਾਂ ਦੀ ਅੱਗੇ ਕਾਊਂਟਿੰਗ ਕੀਤੀ ਹੈ ਹੇਠਾਂ ਜਾ ਕੇ। ਫਿਰ ਅੱਗੇ ਜਾ ਕੇ ਗੁਰੂ ਅਮਰਦਾਸ ਜੀ ਦੀ, ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ, ਗੁਰੂ ਤੇਗ ਬਹਾਦਰ ਜੀ ਦੀ, ਇਸੇ ਤਰੀਕੇ ਦੇ ਨਾਲ ਤਰਤੀਬਬੱਧਤਾ ਕੀਤੀ ਹੋਈ ਹੈ। ਉਸ ਤੋਂ ਬਾਅਦ ਪਹਿਲਾਂ ਸ਼ਬਦ ਆਉਣਗੇ, ਫਿਰ ਅਸ਼ਟਪਦੀਆਂ ਆਉਣਗੀਆਂ।
ਅਸ਼ਟਪਦੀਆਂ ਜਿਵੇਂ 8 ਬੰਦਾਂ ਨੂੰ ਮੰਨਿਆ ਜਾਂਦਾ ਹੈ, ਲੇਕਿਨ ਅਸ਼ਟਪਦੀਆਂ ਦੇ ਵਿੱਚ ਗਿਣਤੀ ਵੱਧ ਵੀ ਹੈ। ਇੱਥੇ 17 ਬੰਦਾਂ ਵਾਲੀਆਂ ਵੀ ਆਉਂਦੀਆਂ ਨੇ, 32 ਬੰਦਾਂ ਤੱਕ ਵੀ ਆਉਂਦੀਆਂ ਨੇ। ਅਸ਼ਟਪਦੀਆਂ ਦੇ ਕਮ ਸੇ ਕਮ ਉਹਨਾਂ ਦੀਆਂ ਗਿਣਤੀ ਜਿਹੜੀ ਹੈ 8 ਪਦਿਆਂ ਵਾਲੀ ਸ਼ਬਦ ਦੀ ਹੋਣੀ ਚਾਹੀਦੀ ਹੈ। ਉਹ ਅਸ਼ਟਪਦੀਆਂ ਦੀ ਉਹ ਵੱਖਰਾ ਰੂਪ ਹੈ, ਕਾਵ ਰੂਪ ਦੇ ਵਿੱਚ ਗਾਏ ਜਾਣ ਵਾਲੀ, ਉਸਨੂੰ ਅਸ਼ਟਪਦੀ ਆਖਿਆ ਜਾਂਦਾ ਹੈ। ਫਿਰ ਅਗਲਾ ਟੌਪਿਕ ਜੋ ਅਗਲਾ ਭਾਗ ਦੇ ਰੂਪ ਨਾਲ ਸ਼ੰਤ ਜਾਂ ਛੱਕੇ ਦੇ ਰੂਪ ਚ ਆਉਂਦੇ ਨੇ, ਉਹ ਵੀ ਗੁਰਦੇਵ ਪਾਤਸ਼ਾਹ ਨੇ ਉਸੇ ਤਰੀਕੇ ਨਾਲ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਤੇਗ ਬਹਾਦਰ ਜੀ ਤੱਕ ਉਸੇ ਤਰੀਕੇ ਨਾਲ ਕੰਟੀਨਿਊ ਉਸੇ ਰੂਪ ਦੇ ਵਿੱਚ ਹੀ ਦੇਣਾ ਕੀਤੇ ਨੇ। ਜਦੋਂ ਅਗਲਾ ਭਾਗ ਜਦੋਂ ਤੀਸਰੇ ਰੂਪ ਚ ਚੌਥੇ ਰੂਪ ਚ ਵਾਰਾਂ ਆਉਂਦੀਆਂ ਨੇ, ਵਾਰਾਂ ਗੁਰਦੇਵ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਅੰਦਰ 22 ਵਾਰਾਂ ਉਚਾਰਨ ਕੀਤੀਆਂ ਹੋਈਆਂ ਨੇ। ਉਹਨਾਂ 22 ਵਾਰਾਂ ਦੇ ਵਿੱਚੋਂ 9 ਵਾਰਾਂ ਨੂੰ ਧੁਨਾਂ ਦੇ ਉੱਤੇ ਚੜਾਇਆ ਹੋਇਆ ਹੈ। ਉਹਨਾਂ ਵਾਰਾਂ ਦੇ ਵਿੱਚ ਵਾਰਾਂ ਦੀ ਵੀ ਤਰਤੀਬਬੱਧਤਾ ਕੀਤੀ ਹੈ। ਹੁਣ ਵਾਰਾਂ ਜਦੋਂ ਅਸੀਂ ਪੜ੍ਹਦੇ ਹਾਂ, ਪੁਰਾਤਨ ਤੌਰ ਦੇ ਉੱਤੇ ਜਿਹੜੀਆਂ ਵਾਰਾਂ ਸਨ ਉਹ ਦੂਸਰੇ ਰੂਪ ਦੇ ਵਿੱਚ ਹੋਇਆ ਕਰਦੀਆਂ ਸਨ, ਜਿਨ੍ਹਾਂ ਨੂੰ ਕੇਵਲ ਤੇ ਕੇਵਲ ਪੌੜੀਆਂ ਦਾ ਰੂਪ ਹੀ ਵਾਰਾਂ ਆਖਿਆ ਜਾਂਦਾ ਸੀ। ਪੁਰਾਣੇ ਜਿਸ ਦਿਨ ਕਿਤੇ ਮੌਕਾ ਮਿਲਿਆ ਫਿਰ ਅਸੀਂ ਵਾਰਾਂ ਦਾ ਟੌਪਿਕ ਲੈ ਕੇ ਪੁਰਾਣੇ ਟਾਈਮ ਦੇ ਉੱਤੇ ਕਿਹੜੀਆਂ ਵਾਰਾਂ ਗਾਈਆਂ ਜਾਂਦੀਆਂ ਸੀ, ਹੁਣ ਉਹਨਾਂ ਦੇ ਉੱਤੇ ਕਿਹੜੀਆਂ ਗਾਈਆਂ ਗੁਰਦੇਵ ਪਾਤਸ਼ਾਹ ਨੇ ਗਾਈਆਂ ਗਈਆਂ ਨੇ, ਜਾਂ ਉਹਨਾਂ ਦਾ ਰੂਪ ਰੇਖਾ ਕੀ ਹੈ, ਉਹਨਾਂ ਦਾ ਇਤਿਹਾਸ ਕੀ ਹੈ, ਉਹਨਾਂ ਦੇ ਉੱਤੇ ਯਾਨੀ ਕਿ ਖੁੱਲੀ ਵਿਚਾਰ ਹੋ ਸਕਦੀ ਹੈ। ਵਾਰਾਂ ਦੇ ਗੁਰਦੇਵ ਪਾਤਸ਼ਾਹ ਨੇ ਉਚਾਰਨ ਕੀਤੀਆਂ, ਹਰੇਕ ਵਾਰ ਦੇ ਨਾਲ ਪੌੜੀਆਂ ਜਿਹੜੀਆਂ ਉਚਾਰਨ ਕੀਤੀਆਂ, ਉਹਨਾਂ ਦੇ ਨਾਲ ਵੱਖ-ਵੱਖ ਗੁਰੂ ਸਾਹਿਬਾਨਾਂ ਦੇ ਉਚਾਰਨ ਕੀਤੇ ਹੋਏ ਸ਼ਲੋਕ ਨਾਲ ਦਰਜ ਕੀਤੇ ਗਏ। ਪੁਰਾਣੇ ਸਮਿਆਂ ਦੇ ਅੰਦਰ ਵਾਰਾਂ ਕੇਵਲ ਪੌੜੀਆਂ ਤੱਕ ਸੀਮਤ ਸਨ, ਲੇਕਿਨ ਜਦੋਂ ਗੁਰੂ ਪਾਤਸ਼ਾਹ ਦਾ ਸਮਾਂ ਆਇਆ ਤੇ ਸਤਿਗੁਰਾਂ ਨੇ ਇਹਨਾਂ ਨੂੰ ਵਾਰਾਂ ਨੂੰ ਨਾਲ ਸ਼ਲੋਕਾਂ ਦਾ ਨਾਲ ਅੰਕਿਤ ਕਰਕੇ ਉਹਨਾਂ ਦਾ ਸਵਰੂਪ ਇੱਕ ਵੱਖਰਾ ਸਵਰੂਪ ਤਿਆਰ ਕੀਤਾ। ਜਦੋਂ ਵਾਰਾਂ ਤੋਂ ਬਾਅਦ ਫਿਰ ਭਗਤ ਬਾਣੀ ਦੀ ਗੱਲ ਆਉਂਦੀ ਹੈ, 5ਵਾਂ ਭਾਗ ਜਿਹੜਾ ਹੈ ਹਰੇਕ ਰਾਗ ਦੀ ਬਣਤਰ ਦਾ, ਹਰੇਕ ਰਾਗ ਦੀ ਵੰਡ ਦਾ ਜੋ 5ਵਾਂ ਭਾਗ ਹੈ ਉਹ ਹੈ ਭਗਤ ਬਾਣੀ। ਭਗਤ ਬਾਣੀ ਦੇ ਵਿੱਚ ਵੀ ਗੁਰਦੇਵ ਪਾਤਸ਼ਾਹ ਨੇ ਵੱਖ-ਵੱਖ ਭਗਤਾਂ ਨੂੰ ਸਿਲਸਿਲੇਵਾਰ ਉਹਨਾਂ ਦੇ ਰੂਪਾਂ ਦੇ ਵਿੱਚ, ਕਿਸੇ ਦਾ ਇੱਕ ਸ਼ਬਦ, ਕਿਸੇ ਦੇ 2 ਸ਼ਬਦ, ਜਿਨ੍ਹਾਂ ਦੇ ਜਿੰਨੇ ਸ਼ਬਦ ਸੀ ਉਸੇ ਰੂਪ ਦੇ ਅੰਦਰ ਸਾਹਿਬਾਂ ਨੇ ਲਿਖਣਾ ਕੀਤੇ। ਹੁਣ ਇਹ ਸੀ ਰਾਗਾਂ ਨੂੰ ਹਰੇਕ ਨੂੰ ਤਰਤੀਬਬੱਧਤਾ ਕਰਨ ਦੀ ਗੱਲ। ਅਗਲਾ ਜਿਹੜੇ ਸਰਲੇਖ ਆਉਂਦੇ ਨੇ ਆਮ ਤੌਰ ਦੇ ਉੱਤੇ ਸਭ ਤੋਂ ਜਿਹੜਾ ਸਰਮੂਰ ਹੈ, ਸਭ ਤੋਂ ਜ਼ਿਆਦਾ ਵਰਤਿਆ ਜਾਣ ਵਾਲਾ ਸ਼ਬਦ ਹੈ ਉਹ ਹੈ ਮਹਲਾ ਜਾਂ ਮਹਿਲਾ ਪਹਿਲਾ ਜਾਂ ਮਹਿਲਾ ਦੂਜਾ, ਮਹਿਲਾ ਤੀਜਾ ਕਰਕੇ ਸ਼ਬਦ ਵਰਤਿਆ ਜਾਂਦਾ ਹੈ। ਇਸ ਨੂੰ 2 ਰੂਪਾਂ ਦੇ ਵਿੱਚ ਵਰਤਿਆ ਜਾਂਦਾ ਹੈ। ਆਮ ਤੌਰ ਤੇ ਵੈਸੇ ਮਹਲ ਮਮਾ ਹਾਹਾ ਲੱਲੇ ਔਂਕੜ ਵੀ ਆਉਂਦਾ ਹੈ ਤੇ ਮਮਾ ਹਾਹਾ ਲੱਲੇ ਕੰਨਾ ਵੀ ਆਉਂਦਾ ਹੈ। ਮਮਾ 2 ਬਿੰਦੀਆਂ ਦੇ ਕੰਨਾ 2 ਬਿੰਦੀਆਂ ਕਰਕੇ ਵੀ ਮਹਲਾ ਸ਼ਬਦ ਵਰਤਿਆ ਜਾਂਦਾ ਹੈ। ਦੂਸਰੇ ਰੂਪ ਦੇ ਅੰਦਰ ਸ਼ਬਦ ਆਉਂਦਾ ਹੈ ਰਹਾਉ। ਰਹਾਉ ਹਰੇਕ ਸ਼ਬਦ ਦੇ ਅੰਦਰ ਲਗਭਗ ਕਈਆਂ ਸ਼ਬਦਾਂ ਦੇ ਅੰਦਰ, ਵੱਡੀਆਂ ਬਾਣੀਆਂ ਦੇ ਅੰਦਰ ਵੀ, ਜਿਵੇਂ ਸੁਖਮਨੀ ਸਾਹਿਬ ਦੇ ਅੰਦਰ ਵੀ ਇੱਕ ਰਹਾਉ ਦਾ ਸ਼ਬਦ ਆਉਂਦਾ ਹੈ, ਜਿਵੇਂ ਸਿੱਧ ਗੋਸ਼ਟ ਬਾਣੀ ਦੇ ਨਾਂ ਦੇ ਅੰਦਰ ਉਸ ਦੇ ਅੰਦਰ ਵੀ ਇੱਕ ਰਹਾਉ ਦਾ ਸ਼ਬਦ ਆਉਂਦਾ ਹੈ। ਰਹਾਉ ਤੋਂ ਭਾਵ ਹੈ ਠਹਿਰਾਓ। ਠਹਿਰਾਓ ਤੋਂ ਭਾਵ ਹੈ ਕਿ ਹਰੇਕ ਬਾਣੀ ਦਾ ਜਿਹੜਾ ਸ਼ਬਦ ਦਾ ਕੇਂਦਰੀ ਭਾਵ ਰਹਾਉ ਦੇ ਵਿੱਚ ਹੋਇਆ ਕਰਦਾ ਹੈ। ਰਹਾਉ ਦੇ ਵਿੱਚ ਉਸ ਸ਼ਬਦ ਦੀ ਵਿਚਾਰਧਾਰਾ ਜਾਂ ਉਸ ਸ਼ਬਦ ਨੂੰ ਚਾਰੇ ਪਾਸੇ ਉਸ ਦਾ ਕੇਂਦਰੀ ਭਾਵ ਕਹਿ ਲਈਏ ਕਿ ਰਹਾਉ ਦੇ ਵਿੱਚ ਸੀਮਤ ਹੁੰਦਾ ਹੈ। ਰਹਾਉ ਦੇ ਵਿੱਚ ਜਦੋਂ ਸੀਮਤ ਨੂੰ ਵਿਚਾਰ ਕਰਨੀ ਹੁੰਦੀ ਹੈ ਤੇ ਹਰੇਕ, ਜੇਕਰ ਕਈਆਂ ਸ਼ਬਦਾਂ ਦੇ ਵਿੱਚ ਇੱਕ ਰਹਾਉ ਦਾ ਸ਼ਬਦ ਵੀ ਬੰਦ ਆਉਂਦਾ ਹੈ, ਕਈਆਂ 'ਚ 2 ਵੀ ਹੁੰਦੇ ਆ ਤੇ ਕਈਆਂ ਸ਼ਬਦਾਂ 4 ਵੀ ਰਹਾਉ ਦੇ ਬੰਦ ਆਉਂਦੇ ਨੇ। ਉਸ ਦੇ ਰੂਪ ਦੇ ਵਿੱਚ ਇਹ ਰਹਾਉ ਤੋਂ ਭਾਵ ਠਹਿਰਾਓ, ਰੁਕਾਓ। ਅਗਲਾ ਸ਼ਬਦ ਹੈ ਘਰ, ਜਿਹੜਾ ਸ਼ਬਦ ਵਰਤਿਆ ਜਾਂਦਾ ਹੈ। ਅਸੀਂ ਆਮ ਤੌਰ ਦੇ ਉੱਤੇ ਧਨਾਸਰੀ ਮਹਲਾ 5ਵਾਂ ਘਰ ਦੂਜਾ, ਘਰ ਤੋਂ ਭਾਵ ਹੈ ਅਸਲ ਦੇ ਵਿੱਚ ਰਾਗੀਆਂ ਜਾਂ ਮਹਾਨ ਕੋਸ਼ ਦਾ ਕਰਤੇ ਭਾਈ ਕਾਹਨ ਸਿੰਘ ਨਾਭਾ ਜੀ ਜੋ ਲਿਖਣਾ ਕਰਦੇ ਨੇ, ਉਹ ਇਹ ਗੱਲ ਲਿਖਦੇ ਨੇ ਕਿ ਸੰਗੀਤਕ ਧੁਨਾਂ ਨੂੰ ਉਚਾਰਨ ਕਰਨ ਵਾਸਤੇ, ਗਾਉਣ ਵਾਸਤੇ ਰਾਗੀ ਸਿੰਘਾਂ ਨੂੰ ਤਾਕੀਦ ਕੀਤੀ ਗਈ ਹੈ ਕਿ ਤੁਸੀਂ ਇਸ ਘਰ ਦੇ ਅੰਦਰ ਗਾਇਆ ਜਾਣਾ ਹੈ। ਲੇਕਿਨ ਮੁਸਲਮਾਨੀ ਰਾਗਾਂ ਦੇ ਅੰਦਰ 4 ਘਰ ਆਉਂਦੇ ਨੇ, ਉਹਦੇ ਵਿੱਚ 2 ਗਾ, 4 ਗਾ, 6 ਗਾ, 8 ਗਾ ਕਰਕੇ ਲਿਖਿਆ ਜਾਂਦਾ ਹੈ। ਲੇਕਿਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਅੰਦਰ 17 ਘਰਾਂ ਤੱਕ
गिणती आउंदी है। 17 घर जो वरते गए ने, लिखे गए ने, उन्हां दे विच असीं उन्हां घरां दे रूप दे अंदर गाउण दी इह रागी ਸਿੰਘਾਂ ਨੂੰ ताकीद है कि तुसीं इस घर दे विच सुरां दे हिसाब दे नाल इस घर दे विच गाउणा है। हुण गुरु ग्रंथ साहिब जी महाराज जी दे अंदर 31 राग आउंदे ने। उन्हां दे विच श्री राग, माझ राग, गौड़ी राग, आसा राग, गुजरी, देवगंधारी राग, बिहागड़ा राग, वडहंस राग, सोरठ राग, तनासरी राग, टोडी राग, बैराड़ी राग, तिलंग, सूही, बिलावल राग, गौंड राग, रामकली, नट नारायण, माली गौड़ा राग, मारू, तुखारी, केदारा, भैरो, बसंत, सारंग, मलार, कानड़ा, कल्याण, जयजयवंती। हुण इत्थे एक होर आप जी दे नाल सांझ पा देवां, ये 31 राग ने, लेकिन गौड़ी राग दे अंदर भी कुछ किस्मां ने जिन्हां नूं असीं गौड़ी गुआरे दी, गौड़ी चेती, गौड़ी बैरागण, गौड़ी मालवा ते गौड़ी माज, गौड़ी दखणी, गौड़ी माला, गौड़ी पूर्वी, गौड़ी दीपकी करके भी शब्द आउंदे ने। इन्हां दे गौड़ी राग दे वख-वख किस्मां इस दे विच अंकित कीतियां ने। असल दे विच आम तौर दे उत्ते जो पुराने समयां दे अंदर कुछ हिंदुस्तानी रागां दे विच जदों असीं रागां दी गल करदे आ, मैं अजे संगीतकार नहीं हाँ, लेकिन जिहड़े संगीतकार ने उन्हां नूं जदों पुछ करदे आ ते उन्हां दे अनुसार जिहड़े वख-वख घराणियां दे अंदर जिहड़े संगीत गाए जांदे ने, उन्हां रागां नूं गुरदेव पातशाह ने जदों दूसरे भगतां दी जां दूजियां राजां दे विचों जदों गए ते बाणी उचारण कीती ते उन्हां घरां दे विच उचारण करके साहिबां ने इस पावन पवित्र स्वरूप दे अंदर उन्हां रागां दे विच उचारण करके गौड़ी दे नाल संकलित कर दित्ती। इहदे नाल कुछ होर भी आउंदे ने, जिवें हिंडोल, भुपाली, विपास इत्यादिक रागां दे विच ही संकलित कीते ने। हुण अगली गल जिहड़ी आउंदी है ओही धुनी, धुनां दे उत्ते चढ़ाउणी जां गौड़ी। इन्हां दे विच जिवें वारां दी गल, हुण गौड़ी की वार महला पंजवां, गौड़ी महला पहला, टुंडे असराजे की धुन उपर गावणी इत्यादिक ये जिहड़ियां 9 वारां दे उत्ते धुनां चढ़ाईयां गईयां ने। 22 वारां दी गल जिवें असीं आप जी नाल कर रहे सां कि 22 वारां दे विचों 9 वारां नूं धुनां दे उत्ते चढ़ाया गया। वो एक वखरा विशा, वो काफी वड्डा विशा हो जाना है ते वो फिर किते करांगे, आप जी नाल सांझ पावांगे। हुण जिवें कानड़े दी वार दे विच ही आउंदा है। हुण अगला शब्द है शुद्ध जां शुद्ध कीचा। ये भी सरलेख दा एक स्वरूप है। जदों असीं बाणी पढ़दे हां ते शब्दां दे वारां दे विच अखीर दे विच जो शुद्ध शुद्ध कीचा शब्द आउंदा है। यह जदों असीं पुराने स्वरूपां दे विच देखण नूं मिलदा है ते कंस गनाबा जी लिखते हैं कि जिहड़े पुराने स्वरूप सन, जिवें धन गुरु अर्जन देव जी महाराज जी जड़ियां बाणियां चैक कर लेंदे ने, उन्हां नूं शुद्ध करके लिख दिंदे सन कि ये बाणी शुद्ध है, इन्हां नूं चढ़ा लिया जावे गुरु ग्रंथ साहिब जी महाराज जी दे अंदर। ते जिन्हां दूजियां कुछ थावां दे उत्ते इन्हां शुद्ध कीचा शब्द भी इन्हां नूं दुबारा विचार लेना, कोई गलती होवे ते जरूर देख लेना। लेकिन अज असीं थोड़े लकीर दे फकीर हाँ, जेकर कोई गल कर दिंदा है ते असीं उहदे उसे वेले विरोध च खड़े हो जाने हैं कि हाँ बिल्कुल ये इस तरह ही होनी है, इस तो बगैर नहीं हो सकती। फिर जदों अगला शब्द आउंदा है पहरे। गुरबाणी दे अंदर गुरदेव पातशाह नूं कुछ चीज़ां जिहड़ियां लिखण दी लोड़ पई, क्योंकि गुरमत ते सभ्याचार, गुरबाणी ते सभ्याचार ये अलग नहीं हो सकते। क्योंकि गुरुदेव पातशाह धन गुरु नानक देव जी महाराज जी तो लैके गुरु तेग बहादुर जी महाराज जी तक जदों भी जिथे भी जिस भी भगत ने भी बाणी उचारण की, जिस जिस थां दे उत्ते उचारण की, उस स्वरूप दे अंदर कोशिश की उन्हां नूं संभालण दी। हुण आम लोकां दे विच जिहड़ियां चीज़ां पिरतां चलियां आउंदियां सन, जिवें दिन वार की गल आउंदी है, 12 माहां की गल आउंदी है, वो सारियां बाणियां उचारण कीतियां गुरु पातशाह ने
ਲੋਕਾਂ ਨੂੰ ਸਮਝਾਉਣ ਵਾਸਤੇ ਕਿ ਭਲਿਓ ਤੁਸੀਂ ਆਹ ਕੰਮ ਗੁਰਮਤ ਦੇ ਅਨੁਸਾਰ ਨਹੀਂ, ਸਾਹਿਬਾਂ ਨੇ ਕਿਸੇ ਨੂੰ ਨਹੀਂ ਆਖਿਆ ਵੀ ਤੁਸੀਂ ਆਹ ਕੰਮ ਹਟ ਜਾਓ। ਉਹਨਾਂ ਨੇ ਆਖਿਆ ਵੀ ਜੇਕਰ ਤੁਸੀਂ ਕਰਨਾ ਹੀ ਹੈ ਨਾ, ਜੇਕਰ 12ਵਾਂ ਮਨਾਉਣੇ ਆ ਨਾ, ਤੇ ਤੁਸੀਂ ਇਸ ਤਰੀਕੇ ਨਾਲ ਮਨਾਓ। ਜੇ ਦਿਨਵਾਰ ਮਨਾਉਣੇ ਆ ਨਾ, ਵੀ ਵੀਰਵਾਰ ਕੀ ਕਰਨਾ, ਸੋਮਵਾਰ ਕੀ ਕਰਨਾ, ਮੰਗਲਵਾਰ ਕੀ ਕਰਨਾ, ਗੁਰਮਤ ਦੇ ਅਨੁਸਾਰ ਕਰੋ ਜਿਵੇਂ ਗੁਰਮਤ ਆਂਦੀ ਹੈ। ਜੇ ਮੱਸਿਆ ਮਨਾਉਣੀ ਹੈ, ਕਿੱਦਾਂ ਮਨਾਉਣੀ ਹੈ। ਜੇ ਤੁਸੀਂ ਯਾਨੀ ਕਿ ਸਾਹਿਬਾਂ ਨੇ ਕੋਸ਼ਿਸ਼ ਇਹ ਕੀਤੀ ਕਿ ਲੋਕਾਂ ਦੇ ਵਿੱਚ ਜਾ ਕੇ ਲੋਕਾਂ ਦੀ ਆਵਾਜ਼ ਬਣਨ ਦੀ, ਲੋਕਾਂ ਨੂੰ ਲੋਕਾਂ ਦੇ ਰਾਹੀਂ ਹੀ ਸਮਝਾਉਣ ਦੀ। ਅਸੀਂ ਅੱਜ ਦੇ ਸਮੇਂ ਦੇ ਵਿੱਚ ਕੋਸ਼ਿਸ਼ ਇਹ ਕਰ ਰਹੇ ਹਾਂ ਕਿ ਅਸੀਂ ਆਪਣੇ ਤਰੀਕੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਲੇਕਿਨ ਸੱਚੇ ਪਾਤਸ਼ਾਹ ਦੀ ਇਹ ਕੋਸ਼ਿਸ਼ ਰਹੀ ਹੈ ਕਿ ਜੇਕਰ ਮੈਂ ਜੋ ਸੰਗਤ ਕਰ ਰਹੀ ਹੈ। ਦੇਖੋ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਜਦੋਂ ਅਸੀਂ ਇਤਿਹਾਸ ਸਾਰੇ ਪੜ੍ਹੇ ਆ, ਸੁਣਦੇ ਆ, ਗੁਰੂ ਪਾਤਸ਼ਾਹ ਜਿੱਥੇ ਵੀ ਗਏ ਉਹਨਾਂ ਨੇ ਜਾ ਕਰਕੇ ਉਹਨਾਂ ਦੇ ਧਾਰਮਿਕ ਸਥਾਨਾਂ ਦੇ ਉੱਤੇ ਜਾ ਕੇ, ਜਿੱਥੇ ਮੇਲੇ ਸਨ, ਜਿੱਥੇ ਪ੍ਰੋਗਰਾਮ ਲੱਗੇ ਸਨ, ਉਹਨਾਂ ਪ੍ਰੋਗਰਾਮਾਂ ਦੇ ਵਿੱਚ ਜਾ ਕੇ ਉਹਨਾਂ ਦੀ ਗੱਲ ਉਹਨਾਂ ਨੂੰ ਤਰਕ ਦੇ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ। ਵੀ ਮੈਂ ਜਿਵੇਂ ਜਗਨਨਾਥਪੁਰੀ ਵਿਖੇ ਆਰਤੀ ਦੀ ਗੱਲ ਆਉਂਦੀ ਹੈ, ਉਹਨਾਂ ਨੇ ਆਰਤੀ ਕਰਨ ਦੀ ਗੱਲ ਕੀਤੀ, ਸਾਹਿਬ ਪਿੱਛੇ ਹੋ ਕੇ ਬਹਿ ਗਏ। ਉਹਨਾਂ ਆਖਿਆ ਵੀ ਆਰਤੀ ਆਂਦੇ ਤੁਸੀਂ ਸਾਡੇ ਨਾਲ ਪਾਂਡਿਆਂ ਨੇ ਆਖਿਆ ਕਿ ਆਰਤੀ ਕਿਉਂ ਨਹੀਂ ਕੀਤੀ। ਕਹਿਣ ਲੱਗੇ ਮੈਂ ਤੇ ਆਰਤੀ ਦਾ ਮਤਲਬ ਹੋਰ ਦੱਸਣਾ ਚਾਹੁੰਦਾ। ਫਿਰ ਉਹਨਾਂ ਆਖਿਆ ਤੁਸੀਂ ਆਰਤੀ ਕਿਵੇਂ ਕਰਦੇ ਹੋ। ਸਾਹਿਬਾਂ ਨੇ ਉਹ ਦੱਸ ਦੇਣਾ ਕੀਤੀ, ਅਸੀਂ ਸਾਰੇ ਜਾਣਦੇ ਹਾਂ। ਉਹ ਸਾਹਿਬਾਂ ਨੇ ਸਮਝਾਉਣ ਦਾ ਯਤਨ ਕੀਤਾ ਵੀ ਇਸ ਤਰੀਕੇ ਦੇ ਨਾਲ ਆਰਤੀ ਹੁੰਦੀ ਹੈ। ਜਿਵੇਂ ਉਹਨਾਂ ਨੇ ਹਰੇਕ ਚੀਜ਼ ਨੂੰ ਇੱਕ ਤਰਕ ਦੇ ਨਾਲ, ਇੱਕ ਸੋਚ ਦੇ ਨਾਲ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਤੁਸੀਂ ਇਸ ਤਰੀਕੇ ਨਾਲ ਕਰੋ। ਬਸ ਉਸੇ ਹੀ ਤਰਕ, ਸੋਚ, ਵਿਚਾਰ ਨੂੰ ਲੈ ਕੇ ਗੁਰੂ ਪਾਤਸ਼ਾਹ ਨੇ ਗੱਲ ਸਮਝਾਉਣ ਦੀ ਗੱਲ ਕੀਤੀ ਕਿ ਹਰੇਕ ਲੋਕਾਂ ਦੇ ਵਿੱਚ ਜਾ ਕੇ ਲੋਕਾਂ ਦੀ ਆਵਾਜ਼ ਬਣੇ। ਤੇ ਉਹਨਾਂ ਆਵਾਜ਼ ਬਣਨ ਦੇ ਵਾਸਤੇ ਕੁਝ ਸਾਹਿਬਾਂ ਨੇ ਸਰਲੇਖ ਲਿਖੇ, ਜਿਵੇਂ ਪਹਿਰਿਆਂ ਕੇ ਘਰ ਗਾਵਣਾ, ਜਿਹੜੇ ਉੱਥੇ ਲੋਕ ਟੱਪਿਆਂ ਦੇ ਰੂਪ ਦੇ ਵਿੱਚ ਗਾਉਂਦੇ ਸਨ। ਫਿਰ ਜਿਵੇਂ ਵਣਜਾਰਾ ਆ, ਏਕ ਸੁਆਨ ਕੇ ਘਰ ਗਾਵਣਾ, 12 ਮਾਹਾਂ ਦੀ ਬਾਣੀ, ਸਰਲੇਖ ਜਿਹੜੇ ਆਉਂਦੇ ਨੇ। ਦਿਨ ਰਹਿਣ ਦਾ ਸਰਲੇਖ ਆਉਂਦਾ ਹੈ। ਕਰਹਲੇ, ਜਿਵੇਂ ਕਰਹਲੇ ਤੋਂ ਭਾਵ ਹੈ ਜਿਵੇਂ ਊਠ ਰਾਜਸਥਾਨ ਦੇ ਇਲਾਕੇ ਦੇ ਵਿੱਚ ਲੋਕ ਜਾਇਆ ਕਰਦੇ ਸਨ, ਤੇ ਉਸ ਸਮੇਂ ਜਿਹੜੀ ਲੋਕਾਂ ਦੀ ਆਵਾਜ਼ ਦੇ ਵਿੱਚ ਜੋ ਗੀਤ ਗਾਇਆ ਕਰਦੇ ਸਨ, ਉਹ ਸਮੇਂ ਉਹ ਸਾਹਿਬਾਂ ਨੇ ਉਸੇ ਰੂਪ ਦੇ ਅੰਦਰ ਉਹ ਆਵਾਜ਼, ਉਸ ਸੁਰ, ਉਸ ਲੈਅ ਤਾਲ ਦੇ ਵਿੱਚ ਗਾਉਣ ਦੀ ਕੋਸ਼ਿਸ਼ ਕੀਤੀ ਕਿ ਉਸ ਰੂਪ ਦੇ ਅੰਦਰ ਤੁਸੀਂ ਵੀ ਗਾਓ। ਦੇਖੋ ਗੁਰੂ ਪਾਤਸ਼ਾਹ ਨੇ ਆਮ ਤੌਰ ਦੇ ਉੱਤੇ, ਅਸੀਂ ਜਦੋਂ ਪੰਜਾਬੀ ਦੀ ਗੱਲ ਆਉਂਦੀ ਹੈ, ਗੁਰਮਤ ਦੀ ਗੱਲ ਆਉਂਦੀ ਹੈ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਅੰਦਰ 68 ਲੈਂਗੁਏਜ ਨੇ, 68 ਭਾਸ਼ਾਵਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਅੰਦਰ ਆਉਂਦੀਆਂ ਨੇ। ਹੁਣ ਜਦੋਂ 68 ਭਾਸ਼ਾਵਾਂ ਦਾ ਜਿਹੜਾ ਬੋਧ ਹੈ, ਗਿਆਨ ਹੈ, ਜਦੋਂ ਅਸੀਂ ਬਾਣੀ ਦੇ ਅੰਦਰ ਪੜ੍ਹਦੇ ਹਾਂ ਤੇ ਹਰੇਕ ਅਰਥ ਕਈ ਰੂਪਾਂ ਦੇ ਵਿੱਚ ਆ ਰਹੇ ਨੇ। ਇੱਕ ਅਰਥ ਜਿਹੜਾ ਸ਼ਬਦ ਹੈ ਕਈ ਰੂਪਾਂ ਦੇ ਵਿੱਚ ਆਉਂਦਾ ਹੈ। ਜਿਵੇਂ ਹਰ ਸ਼ਬਦ ਹੈ, ਹਰ ਸ਼ਬਦ ਦੇ 44 ਅਰਥ ਆਉਂਦੇ ਨੇ। ਹੁਣ ਉਹ ਹਰ ਸ਼ਬਦ ਕਿਹੜੇ ਰੂਪ ਚ ਕਿੱਥੇ ਆਇਆ, ਕਿਸ ਰੂਪ ਚ ਆਇਆ, ਉਹ ਜਿੰਨੀ ਦੇਰ ਤੱਕ ਅਸੀਂ ਗੁਰਬਾਣੀ ਨੂੰ ਥੋੜੀ ਡੀਪਲੀ ਸਟੱਡੀ ਨਹੀਂ ਕਰਦੇ, ਉਨੀ ਦੇਰ ਤੱਕ ਸਾਨੂੰ ਉਹ ਸਮਝ ਨਹੀਂ ਆਏਗੀ ਕਿ ਗੁਰੂ ਪਾਤਸ਼ਾਹ ਸਾਨੂੰ ਇਸ ਸ਼ਬਦ ਦੇ ਵਿੱਚ ਕਹਿਣਾ ਕੀ ਚਾਹੁੰਦੇ ਨੇ, ਸਮਝਾਉਣਾ ਕੀ ਚਾਹੁੰਦੇ ਨੇ। ਜਿਵੇਂ ਹੁਣ ਪੰਜਾਬੀ ਦੀ ਗੱਲ ਕਰਦੇ ਹਾਂ ਤੇ ਪੰਜਾਬੀ ਦੇ ਵਿੱਚ ਹੀ ਕੇਵਲ 27 ਉਪਬੋਲੀਆਂ ਦੀ ਬਣੀ ਹੋਈ ਹੈ। ਪੰਜਾਬੀ ਭਾਸ਼ਾ ਦੇ ਅੰਦਰ 27 ਉਪਬੋਲੀਆਂ, ਜਿਹਨੂੰ ਅਸੀਂ ਲਹਿੰਦੀ ਪੰਜਾਬੀ, ਪੋਠੋਹਾਰੀ, ਸ਼ਾਹਮੁਖੀ ਇਤਿਆਦਿਕ ਬੋਲੀਆਂ ਦੇ ਅਸੀਂ ਨਾਮ ਦੇ ਨਾਲ ਜਾਣਦੇ ਹਾਂ। ਤੇ ਹਰੇਕ ਭਾਸ਼ਾ ਦੇ ਵਿੱਚ, ਹਰੇਕ ਬੋਲੀ ਦੇ ਵਿੱਚ ਸਾਡੀ ਲੈਅ ਤਾਲ ਛੁਪਿਆ ਹੋਇਆ ਹੈ। ਜਿਵੇਂ ਮਲਵਈਆਂ ਦੇ ਵਰਡਿੰਗ ਹੋਰ ਹੈ, ਮਾਝੇ ਦੀ ਬੋਲੀ ਹੋਰ ਹੈ, ਔਰ ਯਾਨੀ ਕਿ ਦੁਆਬੇ ਦੀ ਬੋਲੀ ਹੋਰ ਹੈ। ਬਸ ਉਸੇ ਤਰੀਕੇ ਦੇ ਨਾਲ ਗੁਰੂਦੇਵ ਪਾਤਸ਼ਾਹ ਜਿੱਥੇ ਵੀ ਗਏ ਉਹਨਾਂ ਦੇ ਵਿੱਚ ਜਾ ਕੇ, ਜੇਕਰ ਸ਼੍ਰੀਲੰਕਾ ਜਾਂਦੇ ਨੇ ਤੇ ਉਹਨਾਂ ਦੇ ਵਿੱਚ ਜਾ ਕੇ ਉਹਨਾਂ ਦੀ ਬੋਲੀ, ਉਹਨਾਂ ਦੀ ਆਵਾਜ਼ ਦੇ ਵਿੱਚ ਗੁਰੂਦੇਵ ਪਾਤਸ਼ਾਹ ਨੇ ਗੱਲ ਸਮਝਾਉਣ ਦੀ ਕੀਤੀ। ਹੁਣ ਉਸੇ ਰੂਪ ਦੇ ਅੰਦਰ ਸਾਹਿਬਾਂ ਨੇ 52 ਅੱਖਰੀ ਸ਼ਬਦ ਵੀ ਉਚਾਰਨ ਕੀਤੇ। 52 ਅੱਖਰੀ, ਦੇਖੋ ਇੱਕ ਸਰਲੇਖ ਦਾ ਮਤਲਬ ਇਹ ਹੈ ਕਿ ਉਸ ਸ਼ਬਦ ਦੇ ਅੰਦਰ ਕੀ ਹੋਵੇਗਾ, 52 ਅੱਖਰ ਦੇ ਵਿੱਚ ਸਾਹਿਬਾਂ ਕੀ ਸਮਝਾਉਣਾ ਚਾਹੁੰਦੇ ਨੇ। ਜੇਕਰ ਸੁਖਮਨੀ ਦੀ ਗੱਲ ਕੀਤੀ ਹੈ ਤੇ ਸੁੱਖ ਕਿਵੇਂ ਜੀਵਨ ਦੇ ਵਿੱਚ ਆਉਣਗੇ, ਸਾਹਿਬਾਂ ਨੇ ਉਹ ਸੁਖਮਨੀ ਦਾ ਹੈਡਿੰਗ ਦਿੱਤਾ ਹੈ, ਸਰਲੇਖ ਦਿੱਤਾ ਹੈ। ਥਿੱਤੀ ਦਾ ਸਰਲੇਖ ਦਿੱਤਾ ਹੈ। ਥਿੱਤੀ ਤੋਂ ਭਾਵੇਂ ਤਰੀਕ,
ਦਿਨ ਵਾਰ ਜਿਵੇਂ 15 36 7 ਵਾਰ ਦੀ ਗੱਲ ਆਉਂਦੀ ਹੈ, ਕਿਵੇਂ ਕਿਵੇਂ ਇੱਕ ਇੱਕ ਦਿਨ, ਪਹਿਲੀ ਤਿਥੀ ਨੂੰ ਕੀ ਕਰਨਾ, ਦੂਜੀ ਤਰੀਕ ਨੂੰ ਕਰਨਾ, ਤੀਜੀ ਤਰੀਕ ਨੂੰ ਕੀ ਕਰਨਾ, ਸਾਹਿਬਾਂ ਨੇ ਸਾਨੂੰ ਇੱਕ ਇੱਕ ਦਿਨ ਦਾ ਸਮਝਾਇਆ ਹੈ। ਤੇ ਉਸ ਤੋਂ ਬਾਅਦ ਸਾਹਿਬਾਂ ਨੇ 7 ਵਾਰ ਦੀ ਗੱਲ ਕੀਤੀ ਹੈ। ਜਿਵੇਂ ਅੱਗੇ ਵੀ ਗੱਲ ਕਰ ਰਹੇ ਸਾਂ ਕਿ ਜਿਵੇਂ ਵਾਰਾਂ ਦੇ ਵਿੱਚ ਆਮ ਤੌਰ ਦੇ ਉੱਤੇ ਐਤਵਾਰ ਆ ਨਹੀਂ ਕਰਨਾ, ਸੋਮਵਾਰ ਆ ਨਹੀਂ ਕਰਨਾ, ਮੰਗਲਵਾਰ ਆ ਨਹੀਂ ਕਰਨਾ, ਲੇਕਿਨ ਗੁਰਦੇਵ ਪਾਤਸ਼ਾਹ ਨੇ ਕਿਤੇ ਸਾਨੂੰ ਇਹ ਨਹੀਂ ਆਖਿਆ ਵੀ ਆ ਨਹੀਂ ਕਰਨਾ। ਸਾਹਿਬਾਂ ਨੇ ਆਖਿਆ ਆ ਕਰਨਾ ਆ। ਨੈਗੇਟਿਵਿਟੀ ਨਹੀਂ ਦਿੱਤੀ, ਪੋਜ਼ਿਟਿਵਿਟੀ ਦਿੱਤੀ ਹੈ ਵੀ ਗੁਰਸਿੱਖ ਨੇ, ਮੇਰੇ ਗੁਰਸਿੱਖ ਨੇ ਆ ਕਰਨਾ ਹੈ। ਲੇਕਿਨ ਅਸੀਂ ਬਿਲਕੁਲ ਉਲਟੇ, ਅਸੀਂ ਆ ਨਹੀਂ ਕਰਨਾ, ਆ ਐਵੇਂ ਹੋਏਗਾ ਜਿਵੇਂ ਹੋਏਗਾ, ਸਾਨੂੰ ਉਸ ਚੀਜ਼ ਤੋਂ ਅਸੀਂ ਹਟਾਉਂਦੇ ਜਾ ਰਹੇ ਹਾਂ। ਲੋਕਾਂ ਨੂੰ ਅਸੀਂ ਜੋੜਨ ਦੇ ਨਾਲੋਂ ਅਸੀਂ ਤੋੜਨ ਦੇ ਵੱਲ ਜ਼ਿਆਦਾ ਕੋਸ਼ਿਸ਼ ਕਰ ਰਹੇ ਹਾਂ। ਅੱਜ ਲੋੜ ਹੈ ਸਾਨੂੰ ਆਪਣੇ ਨਾਲ ਬੱਚਿਆਂ ਨੂੰ ਵੱਧ ਤੋਂ ਵੱਧ ਜੋੜਨ ਦੀ, ਵੱਧ ਤੋਂ ਵੱਧ ਗੁਰਸਿੱਖੀ ਦੇ ਨਾਲ, ਗੁਰਮਤ ਦੇ ਨਾਲ ਵੱਧ ਤੋਂ ਵੱਧ ਪਿਆਰ ਪਾਉਣ ਦੀ, ਕਿਉਂਕਿ ਬੱਚਿਆਂ ਨੂੰ ਜਦੋਂ ਦੱਸਾਂਗੇ ਨਾ ਕਿ ਆਹ ਗੁਰਸਿੱਖੀ ਦੇ ਵਿੱਚ ਹੈਗਾ ਆ। ਜੇਕਰ ਜਦੋਂ ਅਸੀਂ ਅੰਮ੍ਰਿਤ ਦੀ ਗੱਲ ਕਈ ਵਾਰੀ ਕਰਦੇ ਹਾਂ ਤੇ ਆਮ ਤੌਰ ਦੇ ਉੱਤੇ ਕੱਟੜਵਾਦੀ ਕੁਛ ਇਨਸਾਨ ਇਹ ਆ ਨਹੀਂ ਕਰਨਾ, ਸਿੱਖੀ ਬੜੀ ਔਖੀ ਆ, ਔਖੀ ਬੜੀ ਕਮਾਉਣੀ ਆ। ਜਦੋਂ ਆਮ ਤੌਰ ਦੇ ਉੱਤੇ ਸੌਖੇ ਸੌਖੇ ਤਰੀਕੇ ਨਾਲ ਵੀ ਆਹ 4 ਕੁਰੈਤਾਂ ਤੋਂ ਬਚਣਾ ਹੈ ਤੇ ਗੁਰਸਿੱਖੀ ਆਰਾਮਦਾਇਕ ਜੀਵਨ ਹੈ, ਪਰਮਾਤਮਾ ਦੇ ਨਾਲ ਮਿਲਣ ਦਾ ਇੱਕ ਅਸਲੀ ਸਰੂਪ ਹੈ, ਇੱਕ ਅਸਲੀ ਰਸਤਾ ਹੈ ਜਿਹਦੇ ਨਾਲ ਸੱਚ ਦੇ ਮਾਰਗ ਦੇ ਉੱਤੇ ਜੁੜਿਆ ਜਾ ਸਕਦਾ ਹੈ। ਬੜੇ ਸੌਖੇ ਤਰੀਕੇ ਨਾਲ ਲੋਕ ਜੁੜ ਸਕਦੇ ਆ, ਕੋਈ ਐਸੀ ਔਖੀ ਵਾਲੀ ਗੱਲ ਨਹੀਂ ਹੈਗੀ। ਤੇ ਲੋਕੀ ਜੁੜਨ ਨੂੰ ਤਿਆਰ ਹੁੰਦੇ ਨੇ, ਹੋ ਰਹੇ ਨੇ ਜਿਹੜੇ ਇਨਸਾਨ ਪੜ੍ਹੇ ਲਿਖੇ ਨੇ। ਹੁਣ ਬਸ ਉਸੇ ਤਰੀਕੇ ਨਾਲ ਗੁਰਦੇਵ ਪਾਤਸ਼ਾਹ ਨੇ ਹਰੇਕ ਗੱਲ ਸਮਝਾਈ। ਦੇਖੋ ਆਮ ਤੌਰ ਦੇ ਉੱਤੇ ਕੁਝ ਚੀਜ਼ਾਂ ਸਾਡੇ ਵਿੱਚੋਂ ਅਲੋਪ ਹੋ ਰਹੀਆਂ ਨੇ, ਜਿਵੇਂ ਪੱਟੀ ਲਿਖੀ। ਹੁਣ ਪੱਟੀਆਂ ਦੀ ਗੱਲ ਕਰਦੇ ਆ, ਪੱਟੀ ਬਹੁਤਿਆਂ ਨੂੰ ਬੱਚਿਆਂ ਨੂੰ ਪਤਾ ਹੀ ਨਹੀਂ ਹੋਏਗਾ ਪੱਟੀ ਕਿਹਨੂੰ ਆਉਂਦੀ ਆ। ਅਸੀਂ ਪੰਜਾਬੀ ਚ ਫੱਟੀ ਵੀ ਆਖ ਲੈਂਦੇ ਹਾਂ। ਕਲਮਾਂ ਦੇ ਨਾਲ ਤੁਸੀਂ ਜਿਹੜੇ ਬਜ਼ੁਰਗ ਬੈਠੇ ਹੋ ਜ਼ਰੂਰ ਤੁਸੀਂ ਲਿਖੀਆਂ ਹੋਣਗੀਆਂ ਕਲਮਾਂ ਦੇ ਨਾਲ, ਕਲਮਾਂ ਘੜ ਕੇ ਸਿਆਹੀ ਦੇ ਨਾਲ ਫੱਟੀਆਂ ਪੋਚ ਕੇ ਲਿਖਦੇ ਹੋਵੋਗੇ, ਲਿਖਦੇ ਰਹੇ ਹੋ। ਤੇ ਅੱਜ ਉਹ ਸਮਾਂ ਸਾਡੇ ਕੋਲ ਗਵਾਚਦਾ ਜਾ ਰਿਹਾ ਹੈ। ਵੈਸੇ ਮੈਂ ਇੱਕ ਹੋਰ ਪ੍ਰੋਜੈਕਟ ਸ਼ੁਰੂ ਕੀਤਾ, YouTube ਤੇ ਸ਼ੁਰੂ ਕੀਤਾ, ਜਿਹੜੇ ਪੁਰਾਤਨ ਅਲੋਪ ਹੋ ਰਹੇ ਨਾ ਸ਼ਬਦ ਸਾਡੇ ਵਿੱਚੋਂ, ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਏ ਜਿਹੜੇ ਸ਼ਬਦ ਨੇ, ਜਿਵੇਂ ਪੱਟੀ ਆਈ ਹੈ, ਇਹ ਅਲੋਪ ਹੋ ਰਹੀ ਹੈ। ਹੁਣ ਇਹਨਾਂ ਨੂੰ ਮੈਂ ਕੋਸ਼ਿਸ਼ ਕਰ ਰਿਹਾ YouTube ਦੇ ਉੱਤੇ ਕਿ ਆਮ ਤੌਰ ਤੇ ਕਿਤਾਬ ਪੜ੍ਹਨ ਨੂੰ ਕੋਈ ਤਿਆਰ ਨਹੀਂ ਹੈਗਾ ਤੇ 5 ਮਿੰਟ ਦੀ 6 ਮਿੰਟ ਦੀ ਵੀਡੀਓ ਕੋਈ ਵੀ ਵੇਖ ਸਕਦਾ ਆ। ਤੇ ਉਹ ਨਾਲੇ ਸੌਖੇ ਤਰੀਕੇ ਨਾਲ ਅਸੀਂ ਪ੍ਰਚਾਰ, ਜਿਵੇਂ ਫਲੇ ਆ ਜਾਂ ਹਰਟ ਆ ਜਾਂ ਖੂਹ ਆ, ਟਿੰਡਾ ਆ, ਹਾਂਡੀ ਆ, ਇਹ ਕੀ ਚੀਜ਼ਾਂ ਗੁਰੂ ਪਾਤਸ਼ਾਹ ਨੇ ਜਿਹੜੇ ਸ਼ਬਦ ਕਿੱਥੇ ਕਿੱਥੇ ਗੁਰਬਾਣੀ ਦੇ ਵਿੱਚ ਵਰਤੇ ਆ, ਉਹਨਾਂ ਦੀ ਕੋਸ਼ਿਸ਼ ਕਰ ਰਿਹਾ ਹਾਂ ਕਿ ਗੁਰਮਤ ਐਂਡ ਕਲਚਰ ਚੈਨਲ ਬਣਾਇਆ ਹੈ, ਉਹਦੇ ਵਿੱਚ ਕੋਸ਼ਿਸ਼ ਕਰ ਰਿਹਾ ਹਾਂ ਕਿ ਪੁਰਾਣੇ ਅਲੋਪ ਹੋ ਰਹੇ ਜਿਹੜੇ ਸ਼ਬਦ ਆ ਉਹਨਾਂ ਨੂੰ ਲਿਆ ਕੇ ਸੰਗਤ ਦੇ ਵਿੱਚ ਪੇਸ਼ ਕਰਨ ਦੀ, ਕਿਉਂਕਿ ਹੌਲੀ ਨਾਲ ਸਮਝ ਆ ਸਕਣ ਬੱਚੇ। ਅੱਜ ਕੱਲ੍ਹ ਨੌਜਵਾਨ ਪੀੜ੍ਹੀ ਆ, ਬਹੁਤੀਆਂ ਚੀਜ਼ਾਂ ਅਲੋਪ ਹੋ ਰਹੀਆਂ ਨੇ। ਉਹਨਾਂ ਦੇ ਵਿੱਚ ਜਿਵੇਂ ਪੱਟੀ ਲਿਖੀ ਹੈ ਜਾਂ ਪੱਟੀ ਹੈ। ਹੁਣ ਅਗਲਾ ਸ਼ਬਦ ਹੈ ਘੋੜੀਆਂ, ਜਿਹੜਾ ਸਰਲੇਖ ਹੈ। ਹੁਣ ਘੋੜੀਆਂ ਜਿਹੜੀਆਂ ਪੁਰਾਣੇ ਸਮਿਆਂ ਦੇ ਅੰਦਰ ਵਿਆਹਾਂ ਸਮੇਂ ਬੀਬੀਆਂ ਗਾਇਆ ਕਰਦੀਆਂ ਸਨ ਆਪਣੇ ਪੁੱਤ ਦੇ ਵਿਆਹ ਦੇ ਉੱਤੇ, ਕਿ ਕਿਵੇਂ ਮੇਰੇ ਪੁੱਤ ਨੇ ਘੋੜੀ ਗਾਉਣੀ ਆ, ਮੇਰੇ ਪੁੱਤ ਦੀ ਕਿਵੇਂ ਕਿਵੇਂ ਤਾਰੀਫ ਕਰਨੀ ਆ, ਕਿਵੇਂ ਲਾੜੇ ਨੇ ਜੰਜ ਚੜ ਕੇ ਸਹੁਰੇ ਵਿਆਹੁਣ ਜਾਣਾ, ਕਿਵੇਂ ਮਾਂ ਸੋਨੇ ਦੀ ਗੜਵੀ ਲੈ ਕੇ ਆਪਣੇ ਪੁੱਤ ਤੋਂ ਵਾਰਦੀ ਆ। ਉਹ ਚੀਜ਼ਾਂ ਜਿਹੜੀਆਂ ਸਾਡੇ ਕੋਲ ਅਲੋਪ ਹੋ ਰਹੀਆਂ। ਤੇ ਸਾਹਿਬਾਂ ਨੇ ਆਖਿਆ ਕਿ ਤੁਸੀਂ ਜਿਹੜੀਆਂ ਘੋੜੀਆਂ ਗਾਉਂਦੇ ਹੋ ਨਾ, ਇਹ ਦੁਨੀਆਦਾਰੀ ਘੋੜੀਆਂ ਛੱਡ ਕੇ ਤੁਸੀਂ ਗੁਰਮਤ ਦੇ ਨਾਲ, ਪ੍ਰਮਾਤਮਾ ਨਾਲ ਜੁੜਨ ਦੀਆਂ ਘੋੜੀਆਂ ਗਾਓ। ਫਿਰ ਅਗਲਾ ਸਰਲੇਖ ਆਉਂਦਾ ਹੈ ਅਲਾਣੀਆਂ। ਹੁਣ ਜਿਵੇਂ ਸੁੱਖ ਦੀ ਵੀ ਗੱਲ ਕੀਤੀ ਹੈ, ਨਾਲ ਦੁੱਖ ਦੀ ਵੀ ਗੱਲ ਕਰਤੀ ਹੈ। ਜਿਵੇਂ ਅਲਾਣੀਆਂ ਦੀ ਗੱਲ ਆਉਂਦੀ ਹੈ, ਅਲਾਣੀਆਂ ਆਮ ਤੌਰ ਦੇ ਉੱਤੇ ਜਦੋਂ ਦੁੱਖ ਦੀ ਘੜੀ ਆਉਂਦੀ ਹੈ, ਆਮ ਤੌਰ ਦੇ ਉੱਤੇ ਲੋਕ ਬੀਬੀਆਂ ਪਿੱਟਣ ਸਿਆਪੇ ਵੇਲੇ ਰੋ ਰੋ ਕੇ, ਹੇਕਾਂ ਲਾ ਕੇ ਉਸ ਦੀਆਂ ਤਾਰੀਫਾਂ ਦੇ ਰੂਪ ਦੇ ਅੰਦਰ ਤੂੰ ਚੰਗਾ ਹੁੰਦਾ ਸੈਂ, ਜਿਵੇਂ ਪਿੰਡਾਂ ਦੇ ਵਿੱਚ ਗਾਉਂਦੀਆਂ ਸਨ। ਲੇਕਿਨ ਸਾਹਿਬਾਂ ਨੇ ਆਖਿਆ ਕਿ ਨਹੀਂ, ਤੁਸੀਂ ਆਹ ਰੋਣਾ ਨਹੀਂ ਆ, ਤੁਸੀਂ ਬਲਕਿ ਉਸੇ ਚੀਜ਼ ਨੂੰ ਇੱਕ ਗੁਰਮਤ ਦੇ ਅਨੁਸਾਰ ਲੈ ਕਰਕੇ ਤੁਸੀਂ ਇਸ ਨੂੰ, ਗੁਰਮਤ ਨੇ ਜਦੋਂ ਡੈਥ ਹੁੰਦੀ ਹੈ ਦੁੱਖ ਵੇਲੇ, ਤੁਸੀਂ ਇਹ ਅਲਾਣੀਆਂ ਗਾਉਣੀਆਂ ਨੇ ਗੁਰਬਾਣੀ ਦੀਆਂ। ਜਦੋਂ ਗੁਰਬਾਣੀ ਦੀਆਂ ਦੁੱਖ ਸੁੱਖ ਦੇ ਵਿੱਚ ਹਰੇਕ ਥਾਂ ਦੇ ਉੱਤੇ ਜਦੋਂ ਗੁਰਬਾਣੀ ਜੀਵਨ ਚ ਆਊਗੀ ਨਾ, ਤੇ ਤੁਹਾਡਾ ਜੀਵਨ ਦੇ ਵਿੱਚ ਆਪਣੇ ਆਪ ਤਬਦੀਲੀ ਆਊਗੀ। ਜੇਕਰ ਜੀਵਨ ਚ ਤਬਦੀਲੀ ਨਾ ਆਈ ਤੇ ਫਿਰ ਜੀਵਨ ਜਿਉਣ ਦਾ ਫਾਇਦਾ ਨਹੀਂ ਹੈ। ਜਦੋਂ ਅਸੀਂ ਗੁਰਮਤ ਦੇ ਅਨੁਸਾਰ, ਦੇਖੋ ਜਨਮ ਤੋਂ ਲੈ ਕੇ ਮਰਨ ਤੱਕ ਦੇ ਸਾਰੇ ਕਾਰ ਵਿਹਾਰ ਗੁਰੂ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਅੰਦਰ ਇੱਕ ਇੱਕ ਕਰਕੇ ਸਾਨੂੰ ਸਮਝਾ ਦੇਣਾ ਕੀਤੇ।
ਕਿਸੇ ਵੀ ਗੱਲ ਦੇ ਪ੍ਰਤੀ ਸਾਹਿਬਾਂ ਨੇ ਕੋਈ ਸ਼ੰਕਾ ਜਾਂ ਸ਼ੱਕ ਜਾਂ ਕੋਈ ਭੈ ਜਾਂ ਕੋਈ ਵਿਰੋਧ, ਕੋਈ ਡਰ ਸ਼ਿਕਵਾ ਰਹਿਣ ਨਹੀਂ ਦਿੱਤਾ। ਹਰੇਕ ਗੱਲ ਨੂੰ ਬੜੇ ਪਿਆਰ ਦੇ ਨਾਲ, ਬੜੀ ਸੋਚੀ ਦੇ ਨਾਲ ਸਾਹਿਬਾਂ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਹੁਣ ਜਿਵੇਂ ਘੋੜੀਆਂ ਸੀ ਅਲਾਣੀਆਂ, ਅਗਲਾ ਜਿਹੜਾ ਸਰਲੇਖ ਹੈ ਉਹ ਹੈ ਆਰਤੀ। ਹੁਣ ਆਰਤੀ ਕਿਵੇਂ ਕਰਨੀ ਹੈ? ਹੁਣ ਜਿਵੇਂ ਅੱਗੇ ਗੱਲ ਕਰ ਰਹੇ ਸਾਂ ਕਿ ਜਗਨਨਾਥਪੁਰੀ ਤੇ ਗੁਰੂ ਨਾਨਕ ਸਾਹਿਬ ਨੇ ਜਦੋਂ ਉੱਥੇ ਜਾ ਕੇ ਗੱਲ ਕੀਤੀ ਕਿ ਤੁਸੀਂ ਆਰਤੀ ਏਦਾਂ ਕਰਦੇ ਹੋ ਧੂਫ ਦੀਵੇ ਰੱਖ ਕਰਕੇ, ਸਾਹਿਬਾਂ ਨੇ ਆਖਿਆ ਕਿ ਨਹੀਂ ਭਲਿਓ, ਇਹ ਆਰਤੀ ਨਹੀਂ ਹੋ ਰਹੀ। ਆਰਤੀ ਅਸਲ ਵਿੱਚ ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ਦੇ ਪਰਮਾਤਮਾ ਦੀ ਆਰਤੀ ਤੇ ਲਗਾਤਾਰ ਹੋ ਰਹੀ ਹੈ। ਪਰਮਾਤਮਾ ਨੇ ਥਾਲ ਸਾਖੀ ਤੁਸੀਂ ਸਾਰੇ ਜਾਣਦੇ ਹੋ, ਸਾਰੇ ਪੜ੍ਹੇ ਲਿਖੇ ਹੋ। ਸਾਹਿਬਾਂ ਨੇ ਇੱਕ ਸਮਝਾਉਣ ਦੀ ਤਰਕ ਦੇ ਰਾਹੀਂ ਗੱਲ ਕੀਤੀ ਕਿ ਆਰਤੀ ਆ ਨਹੀਂ ਹੈ, ਬਲਕਿ ਆਹ ਆਰਤੀ ਪਰਮਾਤਮਾ ਦੀ ਹੋ ਰਹੀ ਹੈ, ਤੁਸੀਂ ਉਸ ਪਰਮਾਤਮਾ ਦੀ ਉਸਤਤ ਕਰੋ। ਹੁਣ ਅਗਲੇ 3 ਸਬਜੈਕਟ ਆ, ਕੁਚੱਜੀ, ਸੁਚੱਜੀ ਤੇ ਗੁਣਵੰਤੀ। ਅਗਲਾ ਜਿਹੜਾ ਸਰਲੇਖ ਹੈ, ਗੁਰਦੇਵ ਪਾਤਸ਼ਾਹ ਨੇ ਗੁਰਬਾਣੀ ਦੇ ਅੰਦਰ ਇੱਕ ਸਪਸ਼ਟ ਤੌਰ ਦੇ ਉੱਤੇ ਸਮਝਾਈ ਗੱਲ ਕਿ ਜਿੰਨੇ ਵੀ ਅਸੀਂ ਜੀਵ ਆ ਉਹ ਸਾਰੇ ਇਸਤਰੀ ਰੂਪ ਆ। ਇਹ ਸਾਡਾ ਸਾਰਿਆਂ ਦਾ ਪੇਕਾ ਘਰ ਆ। ਅਸੀਂ ਜੀਵਨ, ਜਿਵੇਂ ਸਾਡੇ ਘਰ ਜਿਸ ਦਿਨ ਲੜਕੀ ਜੰਮ ਪੈਂਦੀ ਹੈ ਨਾ, ਤੇ ਅਸੀਂ ਉਸ ਦਿਨ ਤੋਂ ਪ੍ਰਪੇਅਰ ਹੋ ਜਾਂਦੇ ਆ ਕਿ ਅਸੀਂ ਆਪਣੇ ਧੀ ਨੂੰ ਵਿਆਹ ਕੇ ਸਹੁਰੇ ਘਰ ਭੇਜਣਾ ਹੈ। ਤੇ ਹਰੇਕ ਮਾਂ ਦੀ ਇੱਛਾ ਇਹ ਹੁੰਦੀ ਹੈ, ਪਿਓ ਦੀ ਇੱਛਾ ਇਹ ਹੁੰਦੀ ਹੈ ਕਿ ਆਪਣੀ ਧੀ ਨੂੰ ਚੰਗੀ ਤਰੀਕੇ ਦੇ ਨਾਲ ਸਿਖਾ ਕੇ ਸਹੁਰੇ ਘਰ ਭੇਜਾਂ, ਤਾਂ ਕਿ ਕੱਲ ਨੂੰ ਕਿਤੇ ਇਹਦੀ ਸੱਸ ਇਹ ਤਾਨਾ ਮਿਹਣਾ ਨਾ ਮਾਰੇ ਕਿ ਤੇਰੀ ਮਾਂ ਕੁਚੱਜੀ ਨੇ ਤੈਨੂੰ ਚੱਜ ਨਹੀਂ ਸਿਖਾਇਆ। ਇਹ ਸਾਡਾ ਸਾਰਿਆਂ ਦਾ ਮਨ ਦੇ ਵਿੱਚ ਇਹ ਹੁੰਦਾ ਆ ਕਿ ਮੈਂ ਆਪਣੀ ਧੀ ਨੂੰ ਕੁਝ ਚੰਗਾ ਸਿਖਾਵਾਂ ਤਾਂ ਕਿ ਮੈਨੂੰ ਕਿਤੇ ਲਾਮਾ ਨਾ ਵੱਜੇ। ਬਸ ਉਸੇ ਤਰੀਕੇ ਦੇ ਨਾਲ ਇਹ ਸਾਡਾ ਸਾਰਿਆਂ ਦਾ ਮਨੁੱਖਾ ਜੀਵਨ ਜਿਹੜਾ ਪੇਕਾ ਘਰ ਹੈ। ਅਸੀਂ ਸਾਰਿਆਂ ਨੇ ਵਿਆਹ ਕੇ ਸਹੁਰੇ ਘਰ ਜਾਣਾ। ਸਹੁਰਾ ਘਰ ਕਿਹੜਾ? ਪਰਮਾਤਮਾ ਦਾ ਦਰ। ਜਿਸ ਦਿਨ ਸਾਡੀ ਮੌਤ ਹੋਣੀ, ਅਸੀਂ ਉਸ ਦਿਨ ਸਹੁਰੇ ਘਰ ਜਾਣਾ ਹੈ। ਤੇ ਹੁਣ ਜੇਕਰ ਮਨੁੱਖਾ ਜੀਵਨ ਦੇ ਅੰਦਰ, ਪੇਕੇ ਘਰ ਦੇ ਅੰਦਰ ਅਸੀਂ ਆਣ ਕੇ ਕੁਛ ਨਹੀਂ ਕੀਤਾ, ਨਾ ਕੋਈ ਸ਼ੁਭ ਗੁਣ ਲੈ ਕੇ ਆਏ, ਨਾ ਸਤ ਸੰਤੋਖ ਦਇਆ ਧਰਮ ਧੀਰਜ, ਅਸੀਂ ਜੀਵਨ ਚ ਕੁਝ ਨਹੀਂ ਕਮਾਇਆ ਜੇਕਰ, ਤੇ ਜਦੋਂ ਮਾਲਕ ਦੇ ਦਰ ਦੇ ਉੱਤੇ ਜਾਵਾਂਗੇ ਤੇ ਮਾਲਕ ਸਾਨੂੰ ਪੁੱਛ ਕਰੂਗਾ ਕਿ ਭਲਿਆ ਤੂੰ ਆਪਣੇ ਜੀਵਨ ਚ ਕਰਕੇ ਕੀ ਆਇਆ ਆ? ਤੂੰ ਜੀਵਨ ਚ ਕੁਝ ਕਮਾਇਆ ਹੈ? ਜੀਵਨ ਚ ਕੋਈ ਦਾਨ ਪੁੰਨ ਕੀਤਾ, ਕੋਈ ਭਜਨ ਬੰਦਗੀ ਕੀਤੀ, ਕੋਈ ਸੇਵਾ ਸਿਮਰਨ ਕੀਤਾ, ਜਾਂ ਕੋਈ ਸ਼ੁਭ ਗੁਣ ਕਮਾਇਆ? ਤੇ ਪਰਮਾਤਮਾ ਦਾ ਜਦੋਂ ਲੇਖਾ ਜੋਖਾ ਹੋਵੇਗਾ ਪਰਮਾਤਮਾ ਦਰ ਦੇ ਉੱਤੇ, ਫਿਰ ਬੜੀ ਮੁਸ਼ਕਿਲ ਹੋ ਜਾਣੀ ਹੈ। ਅਸੀਂ ਪਰਮਾਤਮਾ ਨੂੰ ਕੀ ਜਵਾਬ ਦੇਵਾਂਗੇ? ਜਦੋਂ ਅਸੀਂ ਦੇਖੋ, ਅਸੀਂ ਆਪਣੇ ਜੀਵਨ ਦੇ ਵਿੱਚ ਝਾਤ ਮਾਰਦੇ ਹਾਂ ਨਾ, ਜਾਂ ਤੇ ਅਸੀਂ ਆਪਣੇ ਅਵਗੁਣਾਂ ਨੂੰ ਤੇ ਗੁਣਾਂ ਨੂੰ ਜਾਂ ਅਸੀਂ ਖੁਦ ਜਾਣਦੇ ਹਾਂ ਜਾਂ ਸਾਡਾ ਪਰਮਾਤਮਾ ਜਾਣਦਾ ਹੈ। ਹੋਰ ਦੁਨੀਆ ਦੇ ਅੰਦਰ ਕੋਈ ਕਿਸੇ ਨੂੰ ਨਹੀਂ ਜਾਣ ਸਕਦਾ। ਬਾਹਰੀ ਤੌਰ ਦੇ ਉੱਤੇ ਸਾਡੇ ਪਹਿਰਾਵੇ ਨੂੰ ਦੇਖ ਕੇ, ਸਾਡੇ ਰਹਿਣ ਸਹਿਣ ਨੂੰ ਦੇਖ ਕੇ, ਸਾਡੇ ਅਹੁਦੇ ਨੂੰ ਵੇਖ ਕੇ ਕੋਈ ਨਾ ਕੋਈ ਆਖੇਗਾ ਕਿ ਹਾਂ ਇਹ ਫਲਾਣੇ ਪੋਸਟ ਦੇ ਉੱਤੇ ਬੈਠਾ ਆ, ਇਹ ਹੈਡ ਗ੍ਰੰਥੀ ਆ, ਜਾਂ ਇਹ ਸਿੰਘ ਸਾਹਿਬ ਹੈ। ਬਾਹਰੀ ਤੌਰ ਦੇ ਉੱਤੇ ਜਾਣਦਾ ਹੈ, ਲੇਕਿਨ ਅੰਦਰੂਨੀ ਤੌਰ ਦੇ ਉੱਤੇ ਕੋਈ ਨਹੀਂ ਜਾਣਦਾ ਕਿ ਇਹਦਾ ਜੀਵਨ ਕੈਸਾ ਹੈ, ਕਿ ਇਹ ਖੁਦ ਨਿਤਨੇਮੀ ਹੈਗਾ ਆ, ਕਿ ਇਹਦੇ ਜੀਵਨ ਦੇ ਅੰਦਰ ਕਮਾਈ ਹੈਗੀ ਆ, ਕਿ ਬਾਹਰੀ ਤੌਰ ਤੇ ਦੂਜਿਆਂ ਨੂੰ ਅਵਰ ਉਪਦੇਸ਼ੇ ਆਪ ਨਾ ਕਰੇ ਆਵੋ ਜਾਓ ਜਨਮੇ ਮਰੇ, ਸਿਰਫ ਕਿਤੇ ਆਪਣੇ ਤੱਕ ਹੀ ਸੀਮਤ ਤੇ ਨਹੀਂ ਰਹਿ ਗਿਆ। ਇਹ ਸਿਰਫ ਜਾਂ ਤੇ ਅਸੀਂ ਆਪਣੇ ਅਵਗੁਣ ਜਾਣਦੇ ਹਾਂ ਜਾਂ ਸਾਡਾ ਰੱਬ ਜਾਣਦਾ, ਹੋਰ ਦੂਸਰਾ ਇਨਸਾਨ ਕੋਈ ਨਹੀਂ ਜਾਣ ਸਕਦਾ। ਹੁਣ ਜਿਹੜੀ ਕੁਚੱਜੀ ਹੈ, ਜਦੋਂ ਸ਼ੀਸ਼ੇ ਸਾਹਮਣੇ ਹੋਵਾਂਗੇ, ਪਰ ਸ਼ੀਸ਼ਾ ਕਿਹੜਾ? ਪ੍ਰਭੂ ਪਰਮਾਤਮਾ। ਪਰਮਾਤਮਾ ਪੁੱਛੂਗਾ ਕਿ ਹਾਂ ਬਈ ਤੈਨੂੰ ਭੇਜਿਆ ਸੀ, ਤੂੰ ਕੀ ਲੈ ਕੇ ਆਇਆ? ਜੇਕਰ ਸਾਡੇ ਚ ਕੋਈ ਚੱਜ ਨਾ ਹੋਇਆ ਤੇ ਮਾਲਕ ਦੇ ਦਰ ਤੇ ਅਸੀਂ ਨਿਮਾਣੇ ਹੋ ਜਾਵਾਂਗੇ ਨਾ, ਕੁਚੱਜੇ ਹੋ ਜਾਵਾਂਗੇ। ਦੂਸਰੀ ਗੱਲ ਕੀਤੀ ਸੁਚੱਜੀ, ਜਿਹਦੇ ਵਿੱਚ ਜਿਹਨੇ ਕੁਝ ਨਾ ਕੁਝ ਜੀਵਨ ਚ ਕਮਾਇਆ। ਤੇ ਤੀਸਰਾ ਪੁਆਇੰਟ ਹੈ ਗੁਣਵੰਤੀ। ਸਾਹਿਬਾਂ ਨੇ ਤਿੰਨਾਂ ਦੇ ਰੂਪ ਦੇ ਅੰਦਰ ਸਰਲੇਖ ਦਿੱਤੇ ਨੇ ਔਰ ਤਿੰਨਾਂ ਨੂੰ ਹੀ ਸ਼ਬਦ ਉਚਾਰਨ ਕੀਤੇ ਨੇ ਕਿ ਕਿਵੇਂ ਇਹਨਾਂ ਦੇ ਸ਼ਬਦ ਨੇ। ਅਗਲਾ ਜਿਹੜਾ ਸਰਲੇਖ ਹੈ ਉਹ ਹੈ ਜਾਨੜੀ ਹੈ ਕਿ ਘਰ ਗਾਵਣਾ। ਅਗਲਾ ਹੈ ਆਨੰਦ ਸਾਹਿਬ ਜੀ ਬਾਣੀ ਦਾ, ਜਿਹਨੂੰ ਅਸੀਂ ਰੋਜ਼ਾਨਾ, ਉਹ ਅੰਮ੍ਰਿਤ ਦੀ ਬਾਣੀ ਆ, ਅੰਮ੍ਰਿਤ ਵੇਲੇ ਦੀ ਬਾਣੀ ਹੈ। ਆਨੰਦ ਸਾਹਿਬ ਦੀ ਇੱਕ ਐਸੀ ਬਾਣੀ ਹੈ ਜਿਹੜੀ ਦੁੱਖ ਵੇਲੇ ਵੀ ਪੜ੍ਹੀ ਜਾਂਦੀ, ਸੁੱਖ ਵੇਲੇ ਵੀ ਪੜ੍ਹੀ ਜਾਂਦੀ। ਆਨੰਦ ਇੱਕ ਐਸਾ ਸ਼ਬਦ ਹੈ ਜਿਹਦਾ ਕੋਈ ਵਿਰੋਧੀ ਸ਼ਬਦ ਨਹੀਂ ਹੈਗਾ। ਦੁਨੀਆ ਦੇ ਅੰਦਰ ਹਰੇਕ ਸ਼ਬਦ ਦਾ ਵਿਰੋਧੀ ਸ਼ਬਦ ਹੈ, ਲੇਕਿਨ ਆਨੰਦ ਦਾ ਸ਼ਬਦ ਵਿਰੋਧੀ ਸ਼ਬਦ ਤੁਹਾਨੂੰ ਕਿਤੇ ਨਹੀਂ, ਕਿਸੇ ਡਿਕਸ਼ਨਰੀ 'ਚ ਨਹੀਂ ਮਿਲੇਗਾ। ਆਨੰਦ ਸਾਹਿਬ ਦੀ ਬਾਣੀ ਸਾਹਿਬਾਂ ਨੇ ਉਚਾਰਨ ਕੀਤੀ 40 ਪੌੜੀਆਂ ਅੰਦਰ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਹੈ।
इस दे विच हरेक जीवन के पहलू नूं छुया आ कि तुसीं जेकर अखां किवें पवित्र होणियां ने, हथ किवें पवित्र होने ने, पैर किवें पवित्र होने ने, मस्तक किवें पवित्र होना, हरेक गल साहिबां ने समझाउण दी कोशिश कीती है कि आनंद ताईं पहुंचण दी अवस्था दी गल कीती है। अगला शब्द है सद बाणी दा। सद बाणी जिवें आप जी पता ही सारिआं नूं कि उस समय जिस समय साडा संसार दे विचों जीवन कोई जीव चले जाता है तो भोग तो बाद, समाप्ति तो बाद असीं ये शब्द पढ़े जाते हैं। ये धन गुरु अमरदास जी महाराज जी दे जो भतीजे ने उन्होंने लिखना कीती सी, साहिबां ने उचारण कीती सी। सद बाणी तो बाद रुती शलोक, इत्थे 6 रुत्तां दी गल आउंदी है। 6 रुत्तां दे संबंध दे विच शलोक उचारण कीते ने। फिर अगला जिहड़ा सरलेख है दखणी ओंकार, साहिबां ने ओंकार नां दी बाणी उचारण कीती है। फिर अगला सरलेख हुंदा है सिद्ध गोष्ठ। सिद्ध गोष्ठ गुरु नानक साहब दे नाल जो गोष्ठां होईयां ने वो असल दे विच वख-वख विद्वानां ने, किसी ने 3 गोष्ठां लिखियां, किसी ने 4 गोष्ठां लिखियां ने, लेकिन ये जिहड़ी सिद्ध गोष्ठ नां दी बाणी है ये गुरुद्वारा अचल साहिब विखे जो कि बटाले दे लागे बिल्कुल गुरदासपुर जिला पंजाब की धरती के उत्ते है, उत्थे उचारण कीती है। इत्थे साहिबां ने सिद्ध गोष्ठ के रूप के अंदर सिद्धां दे नाल विचार चर्चा की। सोनू मेला शिवरात का नानक अचल बटाले आई दे रूप के अंदर भाई साहब भाई गुरदास जी ने हवाला दे के समझाया। इत्थे साहिबां ने ये पावन पवित्र बाणी उचारण की। इत्थे देखो सिद्ध गोष्ठ कोई आम बाणी नहीं है, इत्थे सारे ही अध्यात्मक पक्षी सवाल किए है। इत्थे वो अवस्था के सवाल किए जिहड़े आम इंसान दे ना समझ आउण वाले सन। साहिबां दे कोल सिद्धां ने सवाल जवाब किए ने, उन्हां सवालों के जवाब गुरदेव पातशाह ने दिते ने। अगला शब्द है काफी। ये सन वड्डे सरलेख जिहड़े ने। हुण इस तो इलावा कुछ छोटे सरलेख भी है, जिवें गुरबाणी के अंदर 1 तुके, 2 तुके, 3 तुके, 4 तुके जां 1 पदे। ये 1 तुके है, 1 तुके तो भाव वो शब्द जिन्हां दी एक आम तौर पर 2-2 पंक्तियां दी एक पंक्ति आउंदी, एक बंद आउंदा है। लेकिन ये सिर्फ 1 तुके वाले सिर्फ 1 तुक जिहदी हुंदी है उन्होंने 1 तुका आखे, जिहदे 2 पंक्तियां वाले उन्होंने 2 पंक्तियां दा एक बंद दे विच होण उन्होंने 2 तुके आखे जांदा है। 3 तुके जिहड़ा 3 तुकां वाला होवे, 4 तुके 4 तुकां वाली एक जिहड़ा बंद होवे, अगे 1 पदा, 1 पदे 1 पदा, 2 पदे 2 पदा, ये शब्द भी गुरुदेव पातशाह ने उचारण किए। 3 पदा, 4 पदा, 5 पदा भी शब्द असीं पढ़ते हैं, जिवें धनासरी महला दूजा कर 5वां 5 पदे करके आउंदा है शब्द, उस रूप दे विच भी आउंदा है। सुगंध मंगल एक सुरलेख दखणे, मारू दखणे महला 5वां करके असीं पढ़ते हैं। दखणे शब्द जिहड़ा आउंदा, दखण आम तौर पर वैसे दखण की गल कीती है, लेकिन दखण ये पाकिस्तानी बोली के अंदर जो आउंदे ने। दखणे दे विच ये शब्द काफी तो दखणी बोली दे विच ये रूप च आउंदे ने। ये आम तौर पर असीं आख दिंदे हां दखण दी बोली, दखण दी बोली पंजाब दे लहिंदे पंजाब दे विच गुजरात वाली साइड, पाकिस्तान वाली साइड दे उत्ते ये बोली बोली जाती सी। उस इलाकिਆਂ ਦੇ ਵਿੱਚ ਪੰਜਵੇਂ ਪਾਤਸ਼ਾਹ ने मारू डखणे ਦੀ बाणी उचारण ਕੀਤੀ है। शब्द सरलेख अंजुलियां, सोहले, पड़ताल। पड़ताल तो भाव जिवें परत परत के गाउण दे नाल संबंधित है। फिर एक सरलेख आउंदा है वारां दे विच पौड़ी नवीं महला 5वां। उत्थे की है कि वो गुरु नानक देव जी महाराज जी की वार आ, उहदे विच पौड़ियां दूसरे पातशाह गुरु नानक साहब दीयां आउंदियां ने, लेकिन उहदे विच एक पौड़ी नवीं महला 5वां करके लिखिया है। मम्मा 2 बिंदियां 5 अगे गिनती दे लिखिया। वो तो भाव है कि ये पौड़ियां तो गुरु नानक साहब दी पिछलियां सी, लेकिन ये जिहड़ी पौड़ी है ये 5वें पातशाह दी विच ऐड कीती हुई है, क्योंकि बाद दे विच गुरुदेव पातशाह धन गुरु अर्जन देव जी महाराज जी ने ही गुरु ग्रंथ साहब संकलित कीता सी ना, ते उस समय ये सारे थोड़े वख-वख रूपां दे विच ऐड कीते सन, ते साहिबान ने उस समय ये विच अंकित कीती है। अगला हैडिंग जो है वो सहस्कृति जां सहस्कृति के रूप दे विच आउंदा है। सहस्कृति जिवें आप जी सारे जानते हो कि राग रहत बाणी, कुछ बाणियां जो राग रहत ने, जिवें जपजी साहिब जी बाणी राग रहत है,
उस तो इलावा जो सैसकृति जयजवंती राग तो बाद सैसकृति की बाणी है, ये भी राग रहत है। फिर गाथा फुनहे, ये राग रहत बाणियां। फिर भगतां दे श्लोक जिवें भगत कबीर जी के श्लोक आउंदे ने, फरीद जी के श्लोक आउंदे ने, सोईए इत्यादि जिहड़ी 31 रागां तो इलावा जिहड़ी बाणी उचारण कीती है वो राग रहत बाणी साहिबां ने उचारण कीती है। ते कुछ चौ बोले सरलेख होंदे ने, श्लोक भगत कबीर जी दे, श्लोक शेख फरीद जी दे, सवैये गुरुदेव पातशाह दी उस्तत दे वास्ते जो भट्ट साहिबाना दे मुखारबिंद तो उचारण किए हुए सवैये ने, वो भी साहिबां ने इत्थे उचारण किए हुए ने। कुछ होर जिवें रड है, झोलना है, श्लोक वारां ते वधीक। श्लोक वारां ते वधीक सवैयां तो बाद दा सरलेख आउंदा है। इस दे विच वो श्लोक ने जिहड़े वारां दे नालों वधे हुए सन ते साहिबां ने एक थां एकत्रित करके वो सारे श्लोक साहिबां ने अखीर दे विच लिख देना कीते। ते उस तो उपरंत एक शब्द आउंदा है मुंदावणी, महला पंजवां। मुंदावणी तो भाव है मोहर लाउणा, मुंद देना। जो कोशां दे अंदर जिक्र आउंदा है उस दे अंदर पुरातन समयां दे अंदर जदों किसी राजे महाराजे दे कोल कोई भोजन जांदा जां कोई भी तैयार वस्तु जांदी खाण दे नाल संबंधित, ते वैद उन्हां नूं मुंद दिया करते सन, स्टैंप कर दिया करते सन, टेस्ट करके कि इहदे विच कोई जहर इत्यादिक नहीं है, उन्होंने स्टैंप कर दिंदे सन कि हाँ ये बिल्कुल शुद्ध है। उन्होंने खुआदी जाती सी, खुआउण तो बाद चैक करन तो बाद फिर उन्होंने राजे नूं पहुंचाई जाती सी। अखीर दे विच जिवें असीं कोई भी अज कागज असीं कोई नोटरी तो पास कराउने आ जां कोर्ट तो पास कराउने आ, उत्ते टैसटड किया जाता है ते फिर भी ये यानी कि प्रूफ दिया किसी भी यूनीवर्सिटी तो जेकर कोई डिग्री लई आ ते उहनूं टैसटड होई आ कि हाँ ये चीफ दी जां वीसी दी मोहर लगी आ ते ये बिल्कुल अप्रूवल है। बस उसे तरीके दे नाल धन गुरु अर्जन देव जी महाराज जी ने अप्रूवल करके गुरु ग्रंथ साहिब जी महाराज जी साडी झोली दे विच पाया, पंथ दी झोली च पाया कि तुसी इस आत्मा ग्रंथ विच शरीर पंथ दे विच जिहड़ी गल साहिबां ने कीती, साहिबां ने मुंदावणी मुंद के साडे झोली दे विच ये पावन पवित्र सानू स्वरूप दिता, ये अगमी जोत दे रूप दे अंदर देना कीता। उस तो बाद एक सरलेख आउंदा है रागमाला, अखीरला सरलेख है। असल दे विच कई बार कई गल्लां कई वारी साडे पंथ दे विच कुछ कु गल्लां जिहड़ियां पईयां होईयां ने उन्हां तो कुछ पता नहीं, मैनूं समझ नहीं लग रही कि असीं क्यों इसले हुण दे समय च जेकर देखिया जावे वधिया तो वधिया यूनीवर्सिटियां, वधिया तो वधिया डॉक्टर, वधिया तो वधिया विद्वान सिख पंथ दे कोल है। कुछ को फैसलियां दे प्रति पता नहीं क्यों असीं साडे विच अवेसलापन है कि जिवें आम तौर दे उत्ते दसम ग्रंथ की गल आउंदी है जां मास की गल आउंदी है जां रागमाला की गल आउंदी है, प्रोफैसर साहब सिंह हुणी बहुत उन्होंने एक महानता वाला कारज किया, टीका करके उन्हां दे नाल दी बराबरी नहीं। जदों असीं उन्हां दे अनुसार देखने आ ते ओह इह गल आखदे ने जिवें कोई भी किताब है उसका एक सरलेख हुंदा है। रागमाला तो भाव है रागां दी तरतीब। जेकर आप जी पूर्ण तौर दे उत्ते विचार दे अनुसार देखोगे तो इस दे तुहाडा मन तुहाडा जिहड़ा करेगा एक किताब दे दो तत्करे नहीं हुंदे। रागमाला नूं पढ़ के देखोगे, जदों पहले राग की गल आउंदी है, प्रथम राग की जदों गल आउंदी है ते उत्थे भैरो की गल आउंदी है, भैरो राग की गल कीती जा रही है रागमाला दे विच। लेकिन गुरु ग्रंथ साहिब जी महाराज जी का पहला राग श्री राग आ रहा है। मैं असल च तुहानूं आप जी नूं पता ही है कि विवादित मसला हैगा। रागमाला तो भाव है रागां दी तरतीब, लेकिन पंथ नूं सोचना चाहिए, विद्वानां नूं एक राय करके एक झोली च पा देनी चाहिए है कि असल दे विच एक ग्रंथ का केवल ते केवल एक ही रागमाला हुंदी है, जिहड़ी पहला 13-14 पन्नियां दी रागमाला है। उहदा एक एक शब्द गुरु ग्रंथ साहिब जी महाराज जी दे अंदर पूरे दे पूरे पन्ने वाद साडे विच लिखिया होया है। उस दे विच जो सिख रहत मर्यादा अनुसार स्पष्ट लिखिया है कि पंथ दे विच जिथे भी ये रागमाला पढ़ी जा रही है स्थानिक मर्यादा अनुसार पढ़ी जावे,
ਤੇ ਜੇਕਰ ਕੋਈ ਛਾਪਣ ਦਾ ਇਸ ਤੋਂ ਬਗੈਰ ਹੀਆ ਨਾ ਕਰੇ। ਲੇਕਿਨ ਪੰਥ ਨੂੰ ਸੋਚਣਾ ਚਾਹੀਦਾ, ਵਿਦਵਾਨਾਂ ਨੂੰ ਸੋਚਣਾ ਚਾਹੀਦਾ ਹੈ। ਸਿੰਘ ਸਾਹਿਬ ਹੋਣਾ ਨੂੰ ਬੇਨਤੀ ਹੈ ਕਿ ਇਕੱਠੇ ਹੋ ਕੇ ਵਿਦਵਾਨਾਂ ਦੀ ਇੱਕ ਟੀਮ ਬਣਾ ਕੇ ਕੁਝ ਜਿਹੜੇ ਫੈਸਲੇ ਨੂੰ ਇੱਕ ਵਾਰੀ ਮੁਕਾ ਦੇਣ, ਤਾਂ ਕਿ ਮੁੜ ਕੇ ਵੱਖ-ਵੱਖ ਜਿਹੜਾ ਮਰਜ਼ੀ ਉੱਠ ਕੇ ਵਿਵਾਦ ਖੜੇ ਕਰ ਦਿੰਦਾ। ਉਹਦੇ ਵਾਸਤੇ ਸਾਡੇ ਪੰਥ ਦੀ ਅੱਜ ਬੜੀ ਮੁਸ਼ਕਿਲ ਹੋਈ ਪਈ ਹੈ। ਕੁਝ ਕੁ ਗੱਲਾਂ ਦੇ ਉੱਤੇ ਕੋਈ ਵੀ ਵਿਵਾਦ ਕਰਕੇ ਅਸੀਂ ਤੁਰ ਜਾਂਦੇ ਹਾਂ। ਇਹ ਵਿਵਾਦਿਤ ਮਸਲੇ ਨਾ ਰਹਿ ਜਾਣ, ਤਾਂ ਕਿ ਅਸੀਂ ਕੁਝ ਪੰਥ ਨੂੰ ਸਹੀ ਸੇਧ ਮਿਲ ਸਕੇ। ਬਾਕੀ ਜੋ ਗੁਰਬਾਣੀ ਦੇ ਅੰਦਰ ਇੱਕ ਇੱਕ ਸ਼ਬਦ ਲਿਖਿਆ ਹੈ ਉਹ ਸੱਤ ਹੈ, ਉਹ ਸਾਡੇ ਪੰਥ ਨੂੰ ਪ੍ਰਮਾਣਿਤ ਹੈ। ਅਸੀਂ ਉਸੇ ਹੀ ਅਨੁਸਾਰ ਚੱਲਣਾ ਹੈ। ਗੁਰਬਾਣੀ ਸਾਰੀ ਅਧਿਆਤਮਕ ਪੱਖੀ ਹੈ। ਹਰੇਕ ਗੱਲ ਦੁਨੀਆਦਾਰੀ, ਦੇਖੋ ਅਸੀਂ ਜਿਵੇਂ ਸਰਲੇਖਾਂ ਦੀ ਗੱਲ ਕਰ ਰਹੇ ਸਾਂ ਕਿ ਹਰੇਕ ਗੱਲ ਦੇ ਅੰਦਰ ਬੇਸ਼ੱਕ ਉਹਨਾਂ ਨੇ ਘੋੜੀਆਂ ਦੀ ਗੱਲ ਕੀਤੀ ਹੈ, ਸਾਡੇ ਸੱਭਿਆਚਾਰ ਦੀ ਗੱਲ ਕੀਤੀ ਹੈ, ਸਾਡੇ ਕਲਚਰ ਦੇ ਵਿੱਚ ਕਿਵੇਂ ਕਿਵੇਂ ਪੁਰਾਣੇ ਸਮਿਆਂ ਦੇ ਅੰਦਰ ਅਸੀਂ ਇਹ ਸਾਰੇ ਕੰਮ ਕੀਤੇ ਨੇ ਜਾਂ ਕਰ ਰਹੇ ਨੇ, ਸਾਡੇ ਬਜ਼ੁਰਗ ਕਰਦੇ ਰਹੇ ਨੇ, ਅਸੀਂ ਉਹਦੇ ਨਾਲ ਜੁੜੇ ਹੋਏ ਹਾਂ। ਅਸੀਂ ਕੋਸ਼ਿਸ਼ ਕਰਨੀ ਹੈ, ਜਿੰਨੀ ਦੇਰ ਤੱਕ ਸਾਨੂੰ ਸਰਲੇਖਾਂ ਬਾਰੇ ਸਮਝ ਨਹੀਂ ਆਵੇਗੀ, ਇਹ ਤੁਹਾਨੂੰ ਮਿਲ ਜਾਵੇਗੀ ਹਰ ਥਾਂ ਦੇ ਉੱਤੇ। ਜਦੋਂ ਅਸੀਂ ਕੋਸ਼ਾਂ ਨੂੰ ਪੜਾਂਗੇ, ਉਹਨਾਂ ਦੇ ਵਿੱਚ ਲਿਖੇ ਹੋਏ ਨੇ ਕਿ ਕਿੱਥੇ ਕਿੱਥੇ ਕੀ ਹੈ, ਤੇ ਉਨੀ ਦੇਰ ਤੱਕ ਸਾਨੂੰ ਇਹ ਸੋਝੀ ਨਹੀਂ ਹੋਏਗੀ। ਜਦੋਂ ਮੇਰੇ ਅੱਗੇ ਵੀ ਇਹ ਸਵਾਲ ਆਏ ਸਨ ਤੇ ਮੈਂ ਕੋਸ਼ਿਸ਼ ਕੀਤੀ ਸੀ ਕਿ ਕਿਤੇ ਜਾਈਦਾ ਸੀ ਕਥਾ ਕਰਨ ਵਾਸਤੇ, ਤੇ ਕਈ ਵਾਰੀ ਪੁੱਛ ਲੈਂਦੇ ਸੀ, ਜਾਂ ਕਈ ਵਾਰੀ ਗ੍ਰੰਥੀ ਸਿੰਘਾਂ ਦੇ ਕੈਂਪ ਲਾਈਦੇ ਸਨ ਤੇ ਉੱਥੇ ਵੀ ਕਈ ਇਹ ਸਵਾਲ ਪੁੱਛਦੇ ਸੀ ਵੀ ਆਹ ਸਰਲੇਖ ਦਾ ਮਤਲਬ ਕੀ ਹੈ, ਜਾਂ ਆਹ ਸ਼ਬਦ ਦੇ ਹੇਠਾਂ ਦੇ ਅੱਖਰ ਜਿਹੜੇ ਪਏ ਨੇ, ਜਾਂ ਮਹਲਾ ਤੀਜਾ ਤੇ ਉੱਤੇ ਲਿਖਿਆ ਹੋਇਆ ਹੈ, ਦੋ ਪਦੇ ਹੇਠਾਂ ਦੋ ਲਿਖਿਆ ਹੋਇਆ ਆ, ਜਾਂ ਮਹਲੇ ਦੇ ਥੱਲੇ ਦੋ ਲਿਖਿਆ ਹੋਇਆ ਆ, ਇਹ ਕੀ ਆ, ਜਾਂ ਇਹਨਾਂ ਦਾ ਮਤਲਬ ਕੀ ਹੈ। ਕਈ ਚੀਜ਼ਾਂ ਗੁਰਬਾਣੀ ਵਿਆਕਰਣ ਦੇ ਰੂਪ ਸੰਗਤਾਂ ਪੁੱਛਦੀਆਂ ਸਨ ਜਾਂ ਗ੍ਰੰਥੀ ਪੁੱਛਦੇ ਸਨ, ਤੇ ਫਿਰ ਉਸ ਰੂਪ ਦੇ ਅੰਦਰ ਮੈਂ ਇੱਕ ਕੋਸ਼ਿਸ਼ ਕੀਤੀ, ਇੱਕ ਕਿਤਾਬ ਦੇ ਰੂਪ ਦੇ ਅੰਦਰ ਮੇਰੀ 10 ਦੀ ਕਿਤਾਬ ਲਿਖੀ ਆ, ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਏ ਸਰਲੇਖ। ਇਹ ਛਪਵਾਈ ਸੀ, ਬਾਅਦ ਦੇ ਵਿੱਚ ਕਾਫੀ ਬੜਾ ਸੰਗਤਾਂ ਨੇ ਮਾਣ ਦਿੱਤਾ, ਬੜੀ ਹੀ ਪਸੰਦ ਕੀਤੀ ਸੀ। ਤੇ ਉਸ ਤੋਂ ਬਾਅਦ ਵੀ ਮੈਂ ਲਗਾਤਾਰ ਕੋਸ਼ਿਸ਼ ਮੇਰੀ ਰਹੀ ਹੈ। ਉਸ ਤੋਂ ਬਾਅਦ ਇੱਕ ਕਿਤਾਬ ਲਿਖੀ ਆ ਗੋਹਜ ਰਤਨ, ਜਿਵੇਂ ਸ੍ਰਿਸ਼ਟੀ ਦੀ ਰਚਨਾ ਤੋਂ ਲੈ ਕੇ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੇ, ਉਹਦੇ ਉੱਤੇ ਵੀ ਇੱਕ ਕਿਤਾਬ ਲਿਖ ਕੇ ਤਕਰੀਬਨ 1 ਸਾਲ ਹੋ ਗਿਆ ਲਿਖੀ ਹੋਈ ਨੂੰ। ਉਹਦੇ ਉੱਤੇ ਕਾਫੀ ਕੋਸ਼ਿਸ਼ ਕੀਤੀ ਸੀ ਰਿਸਰਚ ਦੀ, ਕਿ ਜਿਵੇਂ ਸ੍ਰਿਸ਼ਟੀ ਦੇ ਵਿੱਚ ਪੈਦਾ ਹੁੰਦੇ ਆ, ਪਰਮਾਤਮਾ ਨੇ 5 ਤੱਤਾਂ ਤੋਂ ਸਰੀਰ ਬਣਾਇਆ, 5 ਤੱਤਾਂ ਤੋਂ ਜਿਹੜੇ ਬਾਹਰੀ ਆਮ ਤੌਰ ਦੇ ਉੱਤੇ 5 ਤੱਤਾਂ ਦੀ ਗੱਲ ਆਉਂਦੀ ਹੈ। 25 ਹਰੇਕ ਤੱਤ ਦੇ ਵਿੱਚ 5 ਗੁਣ ਨੇ, ਹਰੇਕ ਤੱਤ ਦੇ 25 ਪ੍ਰਕਿਰਤੀਆਂ ਬਣਦੀਆਂ ਨੇ, 5 ਗੁਣ ਨੇ। ਉਸ ਤੋਂ ਇਲਾਵਾ 9 ਨਿਧੀਆਂ ਕਿਹੜੀਆਂ ਨੇ, 18 ਸਿੱਧੀਆਂ ਕਿਹੜੀਆਂ ਨੇ ਜਿਹੜੀਆਂ ਸਰੀਰ ਦੇ ਵਿੱਚ ਨੇ, ਇਹ ਜਾਣੀ ਕਿ ਉਸ ਤੋਂ ਇਲਾਵਾ ਜਿਹੜੇ ਆਮ ਤੌਰ ਤੇ ਤ੍ਰਿਕੁਟੀ ਦੀ ਗੱਲ ਆਉਂਦੀ ਹੈ, ਆਮ ਤੌਰ ਦੇ ਉੱਤੇ ਤ੍ਰਿਕੁਟੀ ਦੇ ਜਦੋਂ ਅਸੀਂ ਅਰਥ ਕਰਦੇ ਹਾਂ ਤੇ ਜੋਗਮਤ ਦੇ ਵੱਲ ਆਉਂਦੇ ਆ, ਤੇ ਜੋਗਮਤ 3 ਗੁਣਾਂ ਦੀ ਗੱਲ, ਲੇਕਿਨ ਗੁਰਮਤ ਦੇ ਅੰਦਰ 3 ਗੁਣਾਂ ਦੀ ਗੱਲ ਕੀਤੀ ਹੈ, ਰਜੋ ਤਮੋ ਸਤੋ ਦੀ ਗੱਲ ਕੀਤੀ ਹੈ। ਫਿਰ ਸਰੀਰ ਨੂੰ ਅਸੀਂ ਪਵਿੱਤਰ ਕਿਵੇਂ ਕਰਨਾ ਹੈ, 9 ਜਿਹੜੇ 10 ਦੁਆਰੇ ਨੇ, 10ਵੇਂ ਦੁਆਰ ਤੱਕ ਕਿਵੇਂ ਪਹੁੰਚਿਆ ਜਾ ਸਕਦਾ ਹੈ। ਖਟ ਚੱਕਰ ਗੁਰਮਤ ਦੇ ਅਨੁਸਾਰ ਕੀ ਹੈ, ਜੋਗਮਤ ਦੇ ਅਨੁਸਾਰ ਨਹੀਂ, ਗੁਰਮਤ ਦੇ ਅਨੁਸਾਰ ਗੁਰੂਦੇਵ ਪਾਤਸ਼ਾਹ ਜਿਹੜੇ ਖਟ ਚੱਕਰਾਂ ਦੀ ਗੱਲ ਕਰਨ ਰਹੇ ਨੇ, ਉਹ ਗੁਰਮਤ ਦੇ ਅਨੁਸਾਰ ਕੀ ਹੈ, ਕਿਵੇਂ ਸੱਚਖੰਡ ਦੇ ਤਾਈਂ 5 ਖੰਡਾਂ ਤੋਂ ਕਿਵੇਂ ਸੱਚਖੰਡ ਤਾਈਂ ਪਹੁੰਚਿਆ ਜਾ ਸਕਦਾ ਹੈ। ਸਰੀਰ ਦੇ ਜਿਵੇਂ 4 ਰੂਪ ਨੇ, ਜਿਵੇਂ ਸਰੀਰ ਹੈ, ਆਤਮਾ ਆ, ਮਨ ਹੈ ਤੇ ਹਿਰਦਾ ਹੈ, ਉਹਦੇ ਪ੍ਰਤੀ ਉਹ ਕਾਫੀ ਇਹ ਕਿਤਾਬ ਦੇ ਵਿੱਚ ਤਕਰੀਬਨ ਕਾਫੀ ਟੌਪਿਕ ਲਗਭਗ 70-75 ਦੇ ਕਰੀਬ ਟੌਪਿਕ ਨੇ, ਤੇ ਉਹਨਾਂ ਦੇ ਉੱਤੇ ਕੋਸ਼ਿਸ਼ ਕੀਤੀ ਸੀ। ਲੇਕਿਨ ਤੁਹਾਨੂੰ ਜਿਵੇਂ ਆਪ ਜੀ ਨੂੰ ਪਤਾ ਹੀ ਹੈ ਕਿ ਪ੍ਰਚਾਰਕ ਵਾਸਤੇ ਥੋੜੀ ਜਿਹੀ ਤਨਖਾਹ ਦੇ ਵਿੱਚ ਪਰਿਵਾਰ ਨੂੰ ਪਾਲਣਾ, ਫਿਰ ਬੁੱਕਸ ਲਿਖਣੀਆਂ, ਤੇ ਫਿਰ ਉਹਨੂੰ ਛਪਾਉਣ ਦੇ ਉੱਤੇ ਕਾਫੀ ਖਰਚੇ ਲੱਗ ਜਾਂਦੇ, ਤੇ ਉਹ ਅਜੇ ਮੇਰੇ ਕੋਲ ਲਿਖੀ ਪਈ ਆ। ਹੁਣ ਮੈਂ ਜਿਹੜਾ ਅਗਲਾ ਪ੍ਰੋਜੈਕਟ ਲਿਆ ਆ ਉਹ ਇਸ ਲਿਆ ਆ ਕਿ ਚਲੋ YouTube ਤੇ ਬਣਾਉਣਾ ਸੌਖਾ ਆ, ਕਿ ਅਸੀਂ ਉਸ ਚੀਜ਼ ਨੂੰ ਗੁਰਬਾਣੀ ਦੇ ਕੋਸ਼ਾਂ ਵਿੱਚੋਂ ਲੈ ਕੇ, ਜਿਵੇਂ ਫਲੇ ਸ਼ਬਦ ਲਿਆ ਆ ਜਾਂ ਹਰਟ ਸ਼ਬਦ ਲਿਆ ਆ, ਉਹ ਹਰਟ ਨੂੰ ਪੁਰਾਣੀਆਂ ਤਸਵੀਰਾਂ ਲੱਭ ਕੇ ਕੋਸ਼ਿਸ਼ ਕਰ ਰਿਹਾ ਮੈਂ ਇਕੱਤਰਤ ਕਰਨ ਦੀਆਂ, ਤੇ ਨਾਲ ਕੋਸ਼ਾਂ ਦੇ ਵਿੱਚੋਂ ਅਰਥ ਲੱਭ ਕੇ, ਨਾਲ ਫਿਰ ਗੁਰਬਾਣੀ ਦੀਆਂ ਪੰਕਤੀਆਂ ਨਾਲ ਲੈ ਕੇ ਗੁਰੂ ਪਾਤਸ਼ਾਹ ਨੇ ਕਿੱਥੇ ਕਿੱਥੇ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਚ ਵਰਤੇ ਨੇ,
ਉਹ ਇੱਕ ਚੈਨਲ ਬਣਾਇਆ ਆ ਗੁਰਮਤ ਐਂਡ ਕਲਚਰ ਦੇ ਵਿੱਚ YouTube ਤੇ, ਉਹ ਤੇ ਪਾਈ ਜਾ ਰਹੇ ਆ। ਕਿਤੇ ਮਾਲਕ ਮਿਹਰ ਕਰੂਗਾ ਤੇ ਉਹ ਕਿਤਾਬ ਦਾ ਰੂਪ ਵੀ ਸੰਗਤ ਦੇ ਵਿੱਚ ਦੇਵਾਂਗੇ। ਤੇ ਕੋਸ਼ਿਸ਼ ਇਹੀ ਹੈ ਕਿ ਜਿੰਨਾ ਵੀ ਪ੍ਰਚਾਰ ਪ੍ਰਸਾਰ ਹੋ ਸਕੇ ਉਹ ਕੀਤਾ ਜਾਵੇ ਆਪਣੇ ਵੱਲੋਂ, ਤੇ ਕੋਸ਼ਿਸ਼ ਇਹੀ ਆ। ਬਾਕੀ ਸੰਗਤਾਂ ਵੀ ਅਰਦਾਸ ਕਰਿਓ ਕਿ ਜਿੰਨੇ ਸਵਾਸ ਲਿਖੇ ਨੇ ਗੁਰੂ ਦੇ ਲੇਖੇ ਦੇ ਵਿੱਚ ਲੱਗ ਜਾਣ ਪ੍ਰਚਾਰ ਕਰਦਿਆਂ ਹੋਇਆਂ, ਕਿਉਂਕਿ ਪਤਾ ਨਹੀਂ ਜ਼ਿੰਦਗੀ ਦਾ ਕਿਹੜੇ ਵੇਲੇ ਇਸ ਸਮੇਂ ਤੋਂ ਤੁਰ ਜਾਣਾ ਆ, ਕਿਸੇ ਦਾ ਵੀ ਘੜੀ ਦਾ ਪਤਾ ਨਹੀਂ ਆ। ਲੇਕਿਨ ਜਿੰਨਾ ਵੀ ਗੁਰਮੁਖ ਹੋ ਸਕੇ ਮਾਲਕ ਰਹਿਮਤ ਗੁਰੂ ਦੇ ਦਰ ਤੇ ਜ਼ਰੂਰ ਅਰਦਾਸ ਕਰਿਓ ਕਿ ਪ੍ਰਚਾਰ ਨੂੰ ਹੀ ਸਮਰਪਿਤ ਹੋ ਜਾਈਏ। ਸੱਚੇ ਪਾਤਸ਼ਾਹ ਰਹਿਮਤ ਕਰਨ, ਵਿਚਾਰਾਂ ਕਰਦਿਆਂ ਅਨੇਕਾਂ ਭੁੱਲਾਂ ਚੁੱਕਾਂ ਹੋਈਆਂ ਹੋਣਗੀਆਂ। ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ।